ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ। God bless you all the brothers and sisters. ਵੈਨਕੂਵਰ ਤੋਂ ਇਸ ਕੈਨੇਡਾ ਪਲੇਸ ਦੇ ਸ਼ਾਨਦਾਰ ਨਜ਼ਾਰੇ ਤੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਤੇ ਅੱਜ ਮੈਂ ਤੁਹਾਡੇ ਨਾਲ ਪਰਮੇਸ਼ਰ ਦਾ ਵਚਨ ਸਾਂਝਾ ਕਰਨ ਜਾ ਰਿਹਾ ਹਾਂ। I'm greeting you here from Vancouver, from Canada Place, and I'm here to share the word of God with you. ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਹਾਡੇ ਦਿਲ ਜਿਹੜੇ ਹੈਗੇ ਨੇ ਤਿਆਰ ਹੋਣਗੇ ਤੇ ਪਿਛਲੀ ਜ਼ਬਰਦਸਤ ਸੀਨਰੀ ਦੇਖ ਕੇ ਮੇਰਾ ਵਿਸ਼ਵਾਸ ਆ ਕਿ ਤੁਹਾਡਾ ਮਨ ਤੇ ਤੁਹਾਡਾ ਦਿਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹੋਰ ਵੀ ਜ਼ਿਆਦਾ ਖਿਲ ਜਾਵੇਗਾ। And I believe that your hearts are ready today, and this background that you are seeing, and I believe that it will give you joy as well. ਪਿਛਲੀ ਆਪਣੀ ਮੀਟਿੰਗ ਦੇ ਵਿੱਚ ਆਪਾਂ ਸਾਂਝਾ ਕੀਤਾ ਸੀਗਾ ਪਵਿੱਤਰ ਆਤਮਾ ਦੇ ਬਾਰੇ। And in our last meeting, we shared about the Holy Spirit. ਅੱਜ ਮੈਂ ਤੁਹਾਨੂੰ ਹੋਰ ਵੀ ਗਹਿਰਾਈ ਦੀਆਂ ਗੱਲਾਂ ਦੱਸਣਾ ਚਾਹੁੰਦਾ ਹਾਂ ਪਵਿੱਤਰ ਆਤਮਾ ਦੀਆਂ। And today I want to share even more depth in the Holy Spirit. I want to take you in the depth of the Holy Spirit. So ਸਭ ਤੋਂ ਪਹਿਲਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਹੜੇ ਭੈਣ ਭਰਾ ਪਵਿੱਤਰ ਆਤਮਾ ਨੂੰ ਲੱਭ ਰਹੇ ਨੇ, ਜਿਹੜੇ ਭੈਣ ਭਰਾ ਪਵਿੱਤਰ ਆਤਮਾ ਦੀ ਹੋਰ ਗਹਿਰਾਈ 'ਚ ਜਾਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ ਹੋਇਆ ਆ, ਪਵਿੱਤਰ ਆਤਮਾ ਦੀ ਭਰਪੂਰੀ ਮਿਲੀ ਹੋਈ ਆ, ਉਹ ਵੀ ਇਸ ਸਟੱਡੀ ਤੋਂ ਬਾਅਦ ਪਰਮੇਸ਼ਰ ਦੀ ਹੋਰ ਵੀ ਜ਼ਿਆਦਾ ਗਹਿਰਾਈ ਦੇ ਵਿੱਚ ਜਾ ਸਕਣਗੇ। And I believe the brothers and sisters who are seeking the baptism of the Holy Spirit or seeking to get in the depth of the Holy Spirit, I believe that after today's study, you can do that and go in more depth of the Holy Spirit. So ਸੰਤ ਲੂਕਾ 11:13 ਪੜ੍ਹਨ ਤੋਂ ਪਹਿਲਾਂ ਆਪਾਂ ਦੁਆ ਕਰਾਂਗੇ ਸੱਚੇ ਪਰਮਾਤਮਾ ਦੇ ਸਾਹਮਣੇ। And before we read our verse today from the book of Luke chapter 11 verse 13, we're going to start with a prayer. ਪਰਮੇਸ਼ਰ ਪਿਤਾ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ। Lord Father, may your name be glorified and ਜਿੰਨੇ holy. ਵੀ ਭੈਣ ਭਰਾ ਅੱਜ ਦਾ ਇਹ ਵਚਨ ਸੁਣ ਰਹੇ ਨੇ, ਮੈਂ ਉਹਨਾਂ ਦੇ ਸਾਰੇ ਪਰਿਵਾਰਾਂ ਲਈ ਦੁਆ ਕਰਦਾ ਹਾਂ ਕਿ ਇਸ ਵਚਨ ਦੀ ਰੈਵਲੇਸ਼ਨ ਤੇ ਇਲੂਮੀਨੇਸ਼ਨ ਦੇ ਨਾਲ ਹਰ ਇੱਕ ਉੱਤੇ ਐਸੀ ਬਰਕਤ ਆਵੇ ਕਿ ਉਹਨਾਂ ਨੂੰ ਪਵਿੱਤਰ ਆਤਮਾ ਮਿਲ ਜਾਵੇ। And all the brothers and sisters that they are listening the word of God, I pray that with this word may there be illumination and revelation of the word for them and the families, and they receive mighty blessings. ਪਰਮੇਸ਼ਰ ਪਿਤਾ ਸਾਡੇ तमाम ਪਾਪ ਸਾਨੂੰ ਮਾਫ ਕਰੋ, क्षमा ਕਰੋ। Lord Father, forgive our sins. ਸਾਨੂੰ ਆਪਣੇ ਲਹੂ ਦੇ ਨਾਲ ਤੁਸੀਂ ਧੋ ਦੇਵੋ। And cover us and cleanse us with your holy blood. ਪਵਿੱਤਰ ਆਤਮਾ ਜੀ ਤੁਹਾਡੀ ਹਜ਼ੂਰੀ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਾਡੀ ਮਦਦ ਕਰੋ ਸਿੱਖਣ ਦੇ ਵਾਸਤੇ, ਸਿਖਾਉਣ ਦੇ ਵਾਸਤੇ। Holy Spirit, once again we welcome you in our lives and help us to teach and to learn today. तू बढ़ता जा और मैं कम होता हूँ। May you increase and we decrease. यीशु नाम च मांगते हैं। In the name of Jesus we pray. आमीन। Amen. हालेलुया। Hallelujah. ਸੰਤ ਲੂਕਾ ਦੇ ਕਿਤਾਬ ਦੇ ਵਿੱਚ ਜਾਵਾਂਗੇ, ਆਪਾਂ ਉਹਦਾ 11ਵਾਂ ਚੈਪਟਰ ਦੇਖਾਂਗੇ ਤੇ 13ਵਾਂ ਵਰਸ ਪੜਾਂਗੇ ਪੰਜਾਬੀ ਦੇ ਵਿੱਚ। ਹਾਂਜੀ। Amen. ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ, ਤਾਂ ਉਹ ਸਵਰਗੀ ਪਿਤਾ ਕਿੰਨਾ ਵਧੇਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਆਪਣਾ ਸਵਰਗੀ ਪਿਤਾ ਜੇ ਕੁਝ ਦੇਣਾ ਚਾਹੁੰਦਾ ਹੈ ਆਪਣੇ ਪੁੱਤਰਾਂ ਨੂੰ, ਭਰਾਵੋ ਤੇ ਭੈਣੋ, ਉਹ ਹੈ ਪਵਿੱਤਰ ਆਤਮਾ। Our Heavenly Father, if He wants to give something to His children, that is the Holy Spirit. ਲੋਕ ਸੋਚਦੇ ਨੇ ਪਰਮੇਸ਼ਰ ਪਿਤਾ ਲੋਕਾਂ ਨੂੰ ਪੈਸੇ ਦੇ ਸਕਦਾ, ਘਰ-ਬਾਰ ਦੇ ਸਕਦਾ, ਗੱਡੀਆਂ ਦੇ ਸਕਦਾ, ਬੱਚੇ ਦੇ ਸਕਦਾ, ਦੋਸਤ ਮਿੱਤਰ ਦੇ ਸਕਦਾ, ਹੋਰ ਇੱਧਰ ਦੀਆਂ ਉੱਧਰ ਦੀਆਂ ਚੀਜ਼ਾਂ ਦੇ ਸਕਦਾ, ਸਭ ਕੁਝ ਦੇ ਸਕਦਾ, ਲੇਕਿਨ ਸਭ ਤੋਂ ਜ਼ਿਆਦਾ ਚਾਹਵਾਨ ਤੁਸੀਂ ਇੰਨੇ ਚਾਹਵਾਨ ਨਹੀਂਗੇ ਪਰਮੇਸ਼ਰ ਦੀ ਪਰਮ ਆਤਮਾ ਲੈਣ ਦੇ ਜਿੰਨੇ ਉਹ ਚਾਹਵਾਨਾ ਪਵਿੱਤਰ ਆਤਮਾ ਦੇਣ ਵਾਸਤੇ। And some people talk about that God can give you blessings, big house, big cars, children, families. More than all this, He is desirable of giving you the Holy Spirit. Your desire is not as strong of receiving it as His desire of giving to you is. Brothers and sisters, ਜਿਨ੍ਹਾਂ ਨੂੰ ਪਵਿੱਤਰ ਆਤਮਾ ਨਹੀਂ ਮਿਲਿਆ, the ones who haven't received the Holy Spirit yet, ਉਹ ਅੱਜ ਆਪਣੇ ਪੂਰੇ ਦਿਲੋਂ ਸੱਚੇ ਪਰਮਾਤਮਾ ਦੇ ਸਾਹਮਣੇ ਆਣ, ਉਹਨੂੰ ਪੁਕਾਰਨ ਤੇ ਉਹ ਪਰਮਾਤਮਾ ਅੱਜ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦੇਵੇਗਾ। and you will come to the Lord with all your heart today, and He will give you the gift of the Holy Spirit.
ਤੁਸੀਂ ਪਰਮੇਸ਼ਰ ਦੀ ਹਜ਼ੂਰੀ ਨਾਲ ਭਰ ਜਾਓਗੇ And you will be filled with the Holy Spirit. ਤੁਹਾਡੇ ਵਿੱਚੋਂ ਦੀ ਦੂਸਰੀਆਂ ਬੋਲੀਆਂ ਨਿਕਲਣੀਆਂ ਸ਼ੁਰੂ ਹੋ And you will be ਜਾਣਗੀਆਂ speaking in different tongues. ਹੁਣ ਜਿਹੜੇ ਭੈਣ ਭਰਾਵਾਂ ਨੂੰ ਰੂਹ ਦਾ ਬਪਤਿਸਮਾ ਮਿਲ ਚੁੱਕਿਆ ਹੈ ਤੇ ਦੂਸਰੀਆਂ ਬੋਲੀਆਂ ਬੋਲਦੇ ਨੇ ਅੱਜ ਦਾ ਸੁਨੇਹਾ ਤੁਹਾਨੂੰ ਐਸੀ ਗਹਿਰਾਈ ਦੇ ਵਿੱਚ ਲੈ ਕੇ ਜਾਵੇਗਾ And the brothers and sisters who are already have the baptism of the Holy Spirit, they speak in other tongues. Today's word will take you even more in the depth of the word. ਹੁਣ ਮੈਂ ਤੁਹਾਨੂੰ ਦੱਸਣਾ ਤਿੰਨ ਚੀਜ਼ਾਂ ਦੱਸਣਾ ਚਾਹੁੰਦਾ Today I want to tell you three things. ਪਹਿਲਾ ਫੋਕਸ ਤਾਂ ਇਹ ਹੈ ਕਿ ਪਵਿੱਤਰ ਆਤਮਾ ਲੈਣਾ The first focus is on to receive the Holy Spirit. ਪਵਿੱਤਰ ਆਤਮਾ ਲੈਣਾ ਪਵਿੱਤਰ ਆਤਮਾ ਨਾਲ ਭਰਨਾ ਪਰਮੇਸ਼ਰ ਦੀ ਹਜ਼ੂਰੀ ਸਵੀਕਾਰ ਕਰਨੀ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਆਪਣੇ ਆਪ ਨੂੰ ਭਰਨਾ ਪੂਰੀ ਤਰੀਕੇ ਦੇ ਨਾਲ And the first thing is that to receive the Holy Spirit, to be filled with the Holy Spirit completely. ਤੀਸਰੇ ਨੰਬਰ ਤੇ And the number 3, ਪਰਮੇਸ਼ਰ ਦਾ ਮਸਾ ਦੇਣਾ to give the ਮਸਾ ਚ anointing, ਕੰਮ ਕਰਨਾ work in the anointing, ਸ਼ਕਤੀ ਚ ਕੰਮ ਕਰਨਾ work in power, ਗਿਫਟਿੰਗ ਚ ਕੰਮ ਕਰਨਾ work in gifting of the Holy Spirit. ਤੁਹਾਡੇ ਥਾਈਂ ਦੀ ਸਾਇੰਸ ਹੋਣ ਤੁਹਾਡੇ ਥਾਈਂ ਦੀ ਮਿਰਕਲਸ ਹੋਣ ਤੁਹਾਡੇ ਥਾਈਂ ਦੇ ਲੋਕ ਛੂਏ ਜਾਣ ਤੁਹਾਡੇ ਥਾਈਂ ਦੇ ਲੋਕ ਬਜਾਏ ਜਾਣ ਸੇਵਾ ਚ ਆਣਾ ਸੁਪਰਨੈਚੁਰਲ ਵਿੱਚ ਮੂਵ ਕਰਨਾ And wonders and miracles and healings be happening through you, move in supernatural. ਉਹਨਾਂ ਲੈਣਾ ਵੀ ਪਤਾ ਲੱਗ ਗਿਆ ਦੇਣਾ ਵੀ ਪਤਾ ਲੱਗ ਗਿਆ And now we know how to receive and we know what to give. ਲੇਕਿਨ ਇਹਨਾਂ ਦੋਨਾਂ ਦੇ ਵਿਚਾਲੇ ਜਿਹੜਾ ਦੂਸਰਾ ਪੁਆਇੰਟ ਆ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ And in between these 2 points, the number 2 point is very, very important. ਉਹ ਕੀ ਹੈ What is that? ਕਿਸ ਤਰ੍ਹਾਂ ਤੁਸੀਂ ਪਾਵਰ ਵਿੱਚ ਐਕਟੀਵੇਟ ਹੋ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸ਼ਕਤੀ ਵਿੱਚ ਐਕਟੀਵੇਟ ਹੋ ਸਕਦੇ ਹੋ How to activate in the power of the Holy Spirit. ਪ੍ਰਭੂ ਨੂੰ ਸਵੀਕਾਰ ਕਰਕੇ ਹਜ਼ੂਰੀ ਪਰਮੇਸ਼ਰ ਦੀ ਲੈ ਲਈ ਪਵਿੱਤਰ ਆਤਮਾ ਦੇ ਨਾਲ ਭਰਪੂਰੀ ਲੈ ਲਈ ਦੂਸਰੀਆਂ ਬੋਲੀਆਂ ਬੋਲਣੀਆਂ ਸ਼ੁਰੂ ਕਰਤੀਆਂ ਰੂਹ ਚ ਭਰ ਰਹੇ ਹਾਂ ਹੁਣ ਅਸੀਂ ਲੇਕਿਨ ਹੁਣ ਉਹ ਸ਼ਕਤੀ ਚ ਨਹੀਂ ਐਕਟੀਵੇਟ ਕੀਤਾ ਜਾ ਰਿਹਾ ਗਿਫਟਿੰਗ ਚ ਐਕਟੀਵੇਟ ਨਹੀਂ ਕੀਤਾ ਜਾ ਰਿਹਾ ਮਿਰਕਲ ਸਾਇੰਸ ਵੰਡਰ ਲੋਕ ਬਚਾਏ ਨਹੀਂ ਜਾ ਰਹੇ And yes, now we have received the Holy Spirit. We are being filled with the Holy Spirit. We are working, we're walking in the supernatural, but the activation of the Holy Spirit in our life is just not happening. So that's what the second point is, the activation of the Holy Spirit in our lives. ਪਾਸਟਰ ਜੀ ਅਸੀਂ ਇਹਨੇ ਭਰ ਗਏ ਹਾਂ ਰੱਬ ਦੇ ਰੂਹ ਦੇ ਨਾਲ Pastor Ji, we are so filled with the presence of the Holy Spirit. ਲੇਕਿਨ ਇਹ ਕੰਮ ਨਹੀਂ ਹੋ ਰਹੇ ਜਿਹੜੇ ਪਰਮੇਸ਼ਰ ਦੇ ਵਚਨ ਦੇ ਵਿੱਚ ਦੱਸੇ ਗਏ ਨੇ ਵੱਡੇ ਵੱਡੇ ਕੰਮ ਪ੍ਰਭੂ ਨੇ ਕਿਹਾ ਤੁਸੀਂ ਇਹ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ ਤੁਸੀਂ But those things are not happening. The ones in the Word of God says that even bigger works you will do. ਕਿਉਂਕਿ ਦੂਸਰਾ ਪੁਆਇੰਟ ਜਿਹੜਾ ਆ ਉਹ ਆਪਾਂ ਇਗਨੋਰ ਕਰ ਦਿੱਤਾ Because the second point, we are ignoring it. ਉਹ ਦੂਸਰਾ ਪੁਆਇੰਟ ਜਿਹੜਾ ਉਹ ਇੱਕ ਬ੍ਰਿਜ ਹੈ And the second point is like a bridge ਪਹਿਲੇ ਤੇ ਤੀਸਰੇ ਦੇ ਵਿਚਾਲੇ between the first and the third point. ਪ੍ਰਭੂ ਦੀ ਹਜ਼ੂਰੀ ਪਹਿਲਾ ਹੈ If the presence of the Holy Spirit is first, ਤੀਸਰਾ ਹੈ ਪਰਮੇਸ਼ਰ ਦੀ ਸ਼ਕਤੀ and the third one is the power of God. ਲੇਕਿਨ ਉਹਦੇ ਵਿਚਾਲੇ ਜਿਹੜਾ ਬ੍ਰਿਜ ਆ ਹਜ਼ੂਰੀ ਤੇ ਸ਼ਕਤੀ ਦੇ ਵਿਚਾਲੇ ਜਿਹੜਾ ਬ੍ਰਿਜ ਆ And there's a bridge in between the presence and the power. ਉਹ ਹੈ That is ਪਵਿੱਤਰ ਆਤਮਾ ਦਾ ਪਿਆਰ the love of the Holy Spirit, ਪਵਿੱਤਰ ਆਤਮਾ ਦੇ ਫਲ the fruits of the Holy Spirit. ਤਾਂ ਹੀ ਪਰਮੇਸ਼ਰ ਦਾ ਵਚਨ ਬਾਰ-ਬਾਰ ਇਹੀ ਕਹਿ ਰਿਹਾ ਆ ਕਿ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਭਰੋ ਆਪਣੇ ਆਪ ਨੂੰ That's why the Word of God again and again is telling us to be filled with the fruits of the Holy Spirit. ਪ੍ਰਭੂ ਆਪਣੇ ਕੋਰਿੰਥੀਅਨ ਦੀ ਕਿਤਾਬ ਦੇ ਵਿੱਚ ਗਿਫਟਿੰਗ ਦਾ ਜਿਹੜਾ ਚੈਪਟਰ ਆ ਉਹ ਤੋਂ ਪਹਿਲਾ ਚੈਪਟਰ ਜਿਹੜਾ ਹੈਗਾ ਆ ਗਿਫਟਿੰਗ ਦਾ ਚੈਪਟਰ ਜਿਹੜਾ ਆ ਗਿਫਟਿੰਗ ਦੇ ਚੈਪਟਰ ਤੋਂ ਬਾਅਦ ਅਖੀਰਲਾ ਵਰਸ ਜਿਹੜਾ ਆ ਕਹਿੰਦਾ ਆ ਮੈਂ ਤੁਹਾਨੂੰ ਇੱਕ ਬਹੁਤ ਜ਼ਬਰਦਸਤ ਤਰੀਕਾ ਦੱਸਦਾ ਆ ਇਹਨਾਂ ਗਿਫਟਿੰਗਸ ਜਾਣ ਵਾਸਤੇ ਇਹਨਾਂ ਮਿਰਕਲਸ ਪਾਵਰ ਦੇ ਵਿੱਚ ਜਾਣ ਦੇ ਅਗਲਾ ਕਿਹੜਾ ਚੈਪਟਰ ਆ ਪਿਆਰ ਵਾਲਾ ਚੈਪਟਰ ਸ਼ੁਰੂ ਹੋ ਜਾਂਦਾ ਹੈ And in Corinthians when we see this, yes, they're saying that we'll tell you how to go in the giftings and miracles, but after that there's a new chapter starting, which is chapter of love. ਪ੍ਰਭੂ Brothers and sisters, ਪ੍ਰਭੂ ਯਿਸੂ ਮਸੀਹ ਨੇ ਜੋ ਕੁਝ ਵੀ ਕੀਤਾ whatever Lord Jesus did, ਵਚਨ ਆਖਦਾ ਆ he was moved by the compassion and the Word of God says he was moved by the compassion. He did it by compassion. ਪਿਆਰ ਹਿਲਾਂਦਾ ਸੀ ਪ੍ਰਭੂ ਯਿਸੂ ਜੀ ਨੂੰ It was love that used to make Lord Jesus to move towards these things. ਪ੍ਰਭੂ ਦੀਆਂ ਅੱਖਾਂ ਭਰੀਆਂ ਆਉਂਦੀਆਂ ਸੀ Lord Jesus' eyes used to get numb. ਜੇ ਪਿਆਰ ਹੈ ਨਹੀਂ If there is no love,
ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਰੱਬ ਦੀ ਰੂਹ ਨਾਲ ਭਰੇ ਹੋਏ ਹੋ, ਕਿੰਨੇ ਰੱਬ ਦੇ ਵਚਨ ਨਾਲ ਭਰੇ ਹੋਏ ਹੋ, ਕਿੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਆਪਾਂ, ਲੇਕਿਨ ਜੇ ਪਿਆਰ ਹੈ ਨਹੀਂ, ਕਿਸੇ ਵੀ ਹਾਲਤ ਵਿੱਚ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਦੇ ਵਿੱਚ ਕੰਮ ਨਹੀਂ ਕਰ ਸਕਦੇ। And I don't know how many degrees do you have. I don't know how much study, education you have. But if you don't have love, there is no way you can move into the giftings fluently the way it should be. लेकिन क्या कहते हैं पास्टर जी साढ़े प्यार तो बहुत है लेकिन सारा प्यार बहुत गहरा है, वो इतना गहरा कि नजर ही नहीं आता। And sometimes you say, oh, our love, we have a lot of love and it's so deep, but it looks like sometimes it's so deep that nobody can see it. बहुत ही गहरा हो गया है प्रेम हमारा, इतना गहरा हो गया, इतना गहराई में चला गया, वो नजर ही नहीं आ रही है। Sometimes it gets so deep down there that you can't even see it. जो प्यार है, if there is love, तो माफी नजर आएगी, then there gotta be forgiveness will show, माफी थोड़े कान च नजर आनी चाहिए, the forgiveness will show in every part of you, माफी दियां तुमा दूर तक पैनियां चाहिए ने थोड़ी जिंदगी दे विच, the forgiveness should be shown from far away in your life. ਤੁਹਾਨੂੰ ਮੌਕੇ ਦਿੱਤੇ ਜਾਣਗੇ, there will be opportunities for you, लेकिन जे तुसी ਉਹਦੇ ਚ ਪਾਸ ਹੋ ਜਾਓਗੇ, ਮਾਫ ਕਰਨ ਚ ਪਾਸ ਹੋ ਜਾਓਗੇ, ਮਾਫੀ ਮੰਗਣ ਚ ਪਾਸ ਹੋ ਜਾਓਗੇ, ਤਾਂ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਸ਼ਕਤੀ ਤੇ ਅਨੋਇੰਟਿੰਗ ਤੇ ਪਾਵਰ ਦਾ ਦਰਵਾਜ਼ਾ ਖੁੱਲ ਜਾਵੇਗਾ। And if you will pass this test of forgiveness, then the door of power and mighty things will be opened in front of you. धीरज, patience, प्यार सब कुछ सह लेंदा है, love bears everything. कई दुआ करते ने प्रभु ਨੂੰ ਕਹਿੰਦੇ ਨੇ, ਮੈਨੂੰ ਪਾਸਟਰ ਨੂੰ ਵੀ ਆ ਕੇ ਕਈ ਕਹਿੰਦੇ ਪਾਸਟਰ ਜੀ ਹੁਣ ਸਹੀ ਨਹੀਂ ਜਾਂਦੀ, ਇਹ ਪਿਆਰ ਹੈ ਤਾਂ ਸਹ ਸਕਦੇ ਹੋ। And sometimes some people come and they say, that's it's enough, I cannot handle it anymore. But if there is love, so much love, then that gives you power to bear it. ਸਹਿਨ ਸ਼ਕਤੀ ਜਿਹੜੀ ਆ, the power to bear it, ਆਤਮਾ ਦਿੰਦਾ ਆ, ਪਿਆਰ ਪਵਿੱਤਰ ਆਤਮਾ ਦਿੰਦਾ ਆ, and that power to bear it is only given by the Holy Spirit. ਪਰਮੇਸ਼ਰ ਵਚਨ ਇਹ ਵੀ ਦੱਸਦਾ ਹੈ ਕਿ ਜਿਹੜਾ ਸੱਚਾ ਪ੍ਰੇਮ ਆ ਉਹ ਮਾਫ ਕਰਕੇ ਭੁੱਲ ਜਾਂਦਾ ਆ। And the word of God also tells us that the true love forgives and then forgets about it. ਕਈ ਕਹਿੰਦੇ ਨੇ ਪਾਸਟਰ ਜੀ ਮਾਫ ਤਾਂ ਕਰਤਾ, ਲੇਕਿਨ ਅੱਜ ਤੱਕ ਚੇਤੇ ਆਵੇ 22 ਸਾਲ ਪਹਿਲਾਂ ਵੀ ਉਹਨੇ ਮੇਰੇ ਨਾਲ ਕੀ ਕੀਤਾ ਸੀ। And some people say, yes, I have forgiven, but I still remember 20, 22, 23 years ago what they have done with me. पास्टर जी माफ कर चुके हैं मैं। Yes, I have forgiven for sure, Pastor Ji. लेकिन 6 साल 5 महीने 3 दिन ते 2 घंटे पहला जो उन्हें मेरा कीता सी पास्टर जी वो मैं भूल नहीं सकता। But 6 months, 3 days and 2 hours ago, whatever they did with me, I cannot forget that. जाने के घंटे दा स्वाद, घंटे दा हिसाब किताब करके रखा होया भी कदों की होया सी। And that means ਜੇ ਤੁਸੀਂ ਭੁੱਲ ਨਹੀਂ ਸਕਦੇ, ਇਹ ਮਤਲਬ ਤੁਸੀਂ ਮਾਫੀ ਨਹੀਂ ਕੀਤਾ। ਹਜੇ ਉਹ ਚੀਜ਼ਾਂ, ਉਹ ਸੋਚਾਂ ਹਜੇ ਤੁਹਾਡੀਆਂ ਸੋਚਾਂ ਦੇ ਵਿੱਚ ਗਿਰੇ ਜਾਈ ਜਾਂਦੀਆਂ ਨੇ। ਜਦੋਂ ਦਿਲ ਮਾਫੀ ਦੇ ਵਿੱਚ ਆ ਗਿਆ, ਉਦੋਂ ਸੋਚਾਂ ਦੇ ਵਿੱਚ ਵੀ ਮਾਫੀ ਉਤਰ ਆਏਗੀ। And that means like you're counting days, minutes of things that had happened. But if there is no love, that's when you keep record of all those things. If there's love and you have forgiven and you forget, and even the peace and love and all these things will come in your thoughts as well. ਰੱਬ ਦੀ ਹਜ਼ੂਰੀ ਦੀ ਗਹਿਰਾਈ 'ਚ ਜਾਣ ਵਾਸਤੇ, ਜਿੱਦਾਂ ਕਹਿੰਦੇ ਨੇ ਆਪਣੇ ਪੰਜਾਬ ਦੇ ਵਿੱਚ, ਜੇ ਤੁਸੀਂ ਆਪਣੇ ਆਪ ਨੂੰ ਡੱਕਣਾ ਚਾਹੁੰਦੇ ਹੋ, ਰੱਬ ਦੀ ਹਜ਼ੂਰੀ ਦੇ ਨਾਲ ਭਰ ਲੈਣਾ ਚਾਹੁੰਦੇ ਹੋ, ਜਿੱਦਾਂ ਸੰਦੂਕ ਭਰੇ ਹੁੰਦੇ ਸੀਗੇ, ਭਰ ਲੈਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਰੱਬ ਦੀ ਹਜ਼ੂਰੀ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ, ਤਾਂ ਪ੍ਰਭੂ ਤੇ ਪਰੋਂ ਇਹ ਚੀਜ਼ਾਂ ਤੁਹਾਡੇ ਵਿੱਚ ਚਾਹੀਦੀਆਂ ਨੇ। And if you want to fill your life completely with the presence of God, at the depth of God, you want to go deep in, then it is very important that you have all these things in your life. ਪਹਿਲੇ ਪੁਆਇੰਟ ਵਿੱਚ ਆਪਾਂ ਦੇਖਾਂਗੇ ਅੱਜ, And on the first point we're going to see today,
ਵੀ ਕਿਦਾਂ ਡੱਕਣਾ ਹੈ ਅਸੀਂ ਆਪਣੇ ਆਪ ਨੂੰ ਰੱਬ ਦੀ ਹਜ਼ੂਰੀ ਨਾਲ that how we can completely be filled, tightly filled with the presence of the Lord. ਜਿੰਨਾ ਭਰ ਲਾਂਗੇ ਜਿੰਨਾ ਡੱਕ ਲਾਂਗੇ ਆਪਣੇ ਆਪ ਨੂੰ ਰੱਬ ਦੀ ਹਜ਼ੂਰੀ ਨਾਲ ਉਨਾ ਹੀ ਜ਼ਿਆਦਾ ਪਿਆਰ ਉਹਦੇ ਫਲ ਪਵਿੱਤਰ ਆਤਮਾ ਦੇ ਆਪਣੇ ਵਿੱਚ ਕੰਮ ਕਰਨਗੇ ਤੇ ਉਨਾ ਹੀ ਜ਼ਿਆਦਾ ਸ਼ਕਤੀ ਆਪਣੇ ਵਿੱਚੋਂ ਦੀ ਫਲੋ ਹੋਵੇਗੀ ਦੂਜਿਆਂ ਨੂੰ ਟੱਚ ਕਰਨ ਵਾਸਤੇ More we will be packed with the presence of the Lord, more the love and the fruits of the Holy Spirit will flow through us, and that will give us power to do works. ਹਾਲੇਲੂਇਆ Hallelujah. ਮੇਰੀ ਦੁਆ ਹੈ ਕਿ ਅੱਜ ਇੱਕ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਡੱਕਿਆ ਜਾਵੇ And this is my prayer today, that every single one of you will be packed with the presence of the Holy Spirit. ਆਪਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਟੰਨ ਹੋ ਕੇ ਤੁਰੀਏ May we walk on the streets even completely soaked by the presence of the Lord. ਵਚਨ ਆਖਦਾ ਹੈ ਕਿ ਪਰਮੇਸ਼ਰ ਦੇ ਜਿਹੜੇ ਚੇਲੇ ਸੀ ਜਿਨ੍ਹਾਂ ਨੂੰ ਪੈਂਟੇਕੋਸਤ ਮਿਲਿਆ ਸੀ ਉਹ ਪਵਿੱਤਰ ਆਤਮਾ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਗਨ ਰਹਿੰਦੇ ਸੀ ਉਹਨਾਂ ਨੂੰ ਰੂਹ ਦੀ ਚੜ੍ਹ ਗਈ ਸੀ And the word of God says that the disciples, they used to be completely soaked in the presence of the Lord all the time. They were like drunk in the presence of the Lord. अरे शराब से मतवाले ना हो बल्कि पवित्र आत्मा की हजूरी से मतवाले हो जाओ And don't be drunk with the worldly things, but be drunk with the presence of the Holy Spirit. कितना रखना अपने आप रूह नाल How to be packed in and saturated with the presence of the Lord. संत मत्ती दा 5वां चैप्टर दा 6वां वर्स ਆਪਾਂ ਦੇਖਾਂਗੇ We're going to see Matthew chapter 5 verse 6. ਜਿਹਦੇ ਵਿੱਚ ਸਭ ਤੋਂ ਪਹਿਲਾ ਤਰੀਕਾ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਸਿਖਾਇਆ ਸੀ ਵੀ ਰੱਬ ਦੀ ਹਜ਼ੂਰੀ ਦੇ ਨਾਲ ਰੱਬ ਦੀ ਭਰਪੂਰੀ ਦੇ ਨਾਲ ਇਨਸਾਨ ਆਪਣੇ ਆਪ ਨੂੰ ਕਿੱਦਾਂ ਭਰ ਸਕਦਾ ਉਹਦੇ ਵਿੱਚ ਕਿਹੜੀ ਚੀਜ਼ ਚਾਹੀਦੀ ਆ ਕਿ ਰੱਬ ਦੀ ਹਜ਼ੂਰੀ ਉਹਦੇ ਵੱਲ ਨੂੰ ਭੱਜੀ ਆਵੇ And this is how we learned that what we need in us, that the presence of the Lord is attracted to us. Matthew 5:6 ਹਾਂਜੀ ਧੰਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਉਹ ਰਜਾਏ ਜਾਣਗੇ ਉਸ ਸੱਚੇ ਪਰਮਾਤਮਾ ਰਾਈਚਸਨੈਸ ਦੀ ਧਰਮ ਦੀ ਸੱਚੇ ਰੱਬ ਦੀ ਭੁੱਖ ਤੇ ਪਿਆਸ ਜਿਨ੍ਹਾਂ ਨੂੰ ਲੱਗੀ ਹੋਵੇ ਵਚਨ ਕਹਿੰਦਾ ਆ ਉਹ ਰਜਾਏ ਜਾਣਗੇ And the word says that the ones are hungry and thirsty for righteousness, they will be satisfied. ਉਹ ਰਜਾਏ ਜਾਣਗੇ They will be satisfied. ਅਰੇ ਕੌਣ ਰਜਾਊਗਾ ਉਹਨਾਂ ਨੂੰ Who will give us that satisfaction? ਪਵਿੱਤਰ ਆਤਮਾ Holy Spirit will. ਪਰਮ ਆਤਮਾ The Holy Spirit will. ਪਾਕ ਰੂਹ ਰਜਾਊਗੀ ਉਹਨਾਂ ਨੂੰ ਜਿਨ੍ਹਾਂ ਨੂੰ ਪਰਮੇਸ਼ਰ ਦੀ ਭੁੱਖ ਪਿਆਸ ਲੱਗੀ ਆ The Holy Spirit will make them satisfied. The ones are hungry and thirsty for righteousness. ਐਸੀ ਭੁੱਖ ਪ੍ਰਭੂ ਤੇ ਪੈਣਾ ਪ੍ਰਭੂ ਜਿਹੜੀ ਰੂਹਾਨੀ ਭੁੱਖ ਪਿਆਸ ਹੈਗੀ ਆ ਇਹ ਕਿੱਦਾਂ ਵੱਧਦੀ ਆ ਇਹ ਵਚਨ ਪੜ੍ਹ ਕੇ ਵੱਧਦੀ ਆ ਪ੍ਰੇ ਕਰਕੇ ਵੱਧਦੀ ਆ ਜਿੰਨਾ ਵਚਨ ਤੁਸੀਂ ਨਾਲ ਪਾਈ ਜਾਓਗੇ ਉਹ ਵਧੇਗੀ ਇਹ ਭੁੱਖ ਪਿਆਸ And the spiritual hunger and thirst, how to increase it in our lives? By the word of God, by prayer. More and more you read the word and you are praying, your hunger and thirst will increase. ਜਦੋਂ ਆਪਾਂ ਨੂੰ ਰੋਟੀਆਂ ਦੀ ਭੁੱਖ ਲੱਗਦੀ ਆ ਪਰੌਂਠੀਆਂ ਦੀ ਭੁੱਖ ਲੱਗਦੀ ਆ ਪੂਰੀਆਂ ਦੀ ਭੁੱਖ ਲੱਗਦੀ ਆ ਛੋਲੇ ਭਟੂਰੀਆਂ ਦੀ ਭੁੱਖ ਲੱਗਦੀ ਆ ਆਪਾਂ ਇੱਕ ਦੋ ਖਾਣੇ ਤਾਂ ਆਪਣੀ ਭੁੱਖ ਮਰ ਜਾਂਦੀ ਆ When we are really hungry for roti, for food, we eat little bit and then we are full. ਇਹ ਨੈਚੁਰਲ ਭੁੱਖ ਹੈ ਜੀ ਮਰ ਜਾਂਦੀ ਹੈ And that's a natural hunger that it can be satisfied by just eating a little bit of food. ਇਹ ਸੈਟੀਸਫਾਈ ਹੋ ਜਾਂਦੀ ਹੈ And it gets satisfied. We get satisfied by it. ਲੇਕਿਨ ਜਿਹੜੀ ਰੂਹਾਨੀ ਭੁੱਖ ਪਿਆਸ ਹੈ But the spiritual hunger and thirst, ਉਹ ਬੜੀ ਅਕਲਮੰਦੀ ਦੇ ਨਾਲ ਰੂਹ ਦੇ ਵਿੱਚ ਆ ਕੇ ਤੁਸੀਂ ਵਚਨ ਪੜ੍ਹਨਾ ਆ ਉਹਨਾਂ ਕੀ ਖਾਣਾ ਉਹਨਾਂ ਕੀ ਪੀਣਾ ਜਿਹਦੇ ਨਾਲ ਸੈਟੀਸਫੈਕਸ਼ਨ ਵੀ ਹੋ ਜੇ ਨਾਲੇ ਭੁੱਖ ਵੀ ਨਾ ਮਰੇ and in the spirit, very wisely we need to work in it. We need to eat as much, we need to drink as much that we get satisfied, but our hunger is not quenched. Or thirst is not quenched. ਪਰਮੇਸ਼ਰ ਦਾ ਬੰਦਾ ਸੀਗਾ ਬੜਾ ਸੇਵਕ ਜਿਹਨੇ ਪਤਾ ਨਹੀਂ ਕਿੰਨੇ ਹੀ ਬੰਦੇ 15-20 ਬੰਦੇ
ਉਹਨੇ ਮੁਰਦਿਆਂ ਤੋਂ ਜਿਉਂਦੇ ਕੀਤੇ ਸੀ ਤੇ ਉਹਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਤੂੰ ਤਾਂ ਬੜਾ ਹੀ ਪ੍ਰੇ ਕਰਦਾ ਹੋਏਗਾ ਲਗਾਤਾਰ ਦਿਨ ਰਾਤ। ਉਹ ਕਹਿੰਦਾ ਮੈਂ ਅੱਧੇ ਘੰਟੇ ਤੋਂ ਬਾਅਦ ਜ਼ਿਆਦਾ ਕਿਤੇ ਪ੍ਰੇ ਕੀਤੀ ਨਹੀਂ। And there was one man of God that he actually a lot of people, dead people, they came to life in his ministry, and somebody asked him, you probably pray for hours and hours and hours. He said, no, when I sit down I pray for half an hour at a time. ਉਹ ਜਿਹੜੇ ਰਿਪੋਰਟਰ ਕੋਲ ਕੁਐਸਚਨ ਪੁੱਛਣ ਆਏ ਸੀ ਕਿ ਦੂਜੇ ਦੇ ਮੂੰਹ ਵੱਲ ਨੂੰ ਝਾਕਣ, ਲੇਕਿਨ ਇਹ ਜੋ ਮੂੰਹ ਵੱਲ ਝਾਕਦੇ ਸੀ ਉਹਨੇ ਦੁਬਾਰਾ ਫਿਰ ਬੋਲਿਆ, ਕਹਿੰਦਾ ਮੈਂ ਅੱਧਾ ਘੰਟਾ ਵੀ ਨਹੀਂ ਜਾਣ ਦਿੱਤਾ ਪ੍ਰੇ ਤੋਂ ਬਿਨਾਂ। And the reporters who were asking him that, they looked at each other like, what, only half an hour? But while he was just waiting for asking for another question, he answered again. He said, but there never been a half an hour in between my prayer times. ਉਹ ਜਦੋਂ ਇੰਡੀਆ ਨੂੰ ਗਏ ਸੀਗੇ ਨਾ, when we went to India, ਉੱਥੇ ਜਿਹੜੇ ਵੀ ਘਰ ਵਿੱਚ ਖਾਣ ਪੀਣ ਨੂੰ ਜਾਈਏ, in any house that you go that they invite you to eat, let's say, ਉਹ ਸਾਨੂੰ ਭਰਾਵਾਂ ਨੂੰ ਹੀ ਖਵਾਈ ਜਾਣ, ਪੈਣਾ ਖਾਣ ਹੀ ਨਾ। if they were just feeding all the brothers all the time, I noticed that the sisters weren't really eating. ਉਹਨਾਂ ਨੂੰ ਕਹੀਏ ਵੀ ਤੁਸੀਂ ਵੀ ਖਾ ਲਓ, ਤੁਸੀਂ ਨਹੀਂ ਅਸੀਂ ਨਹੀਂ ਖਾਣਾ ਜੀ, ਅਸੀਂ ਨਹੀਂ। And we were saying to the sisters, you guys eat too, and they're like, no, we're okay. ਉਹ ਇੰਨੀਆਂ ਸਕਿਨੀ ਵੀ ਹੈ ਨਹੀਂ ਸੀਗੀਆਂ, they weren't too skinny either, so ਵੀ ਤਾਂ ਖਾਂਦੀਆਂ ਹੀ ਨਹੀਂ, like you can't say like they don't eat at all. ਫਿਰ ਇੱਕ ਦਿਨ ਥੋੜਾ ਟਾਈਮ ਤੇ ਪਹੁੰਚ ਕੇ ਹਜੇ ਬਣਾ ਰਹੀਆਂ ਸੀਗੀਆਂ ਤੇ ਕੀ ਹੋਇਆ, ਇੱਧਰ ਦੀ ਨੰਗਣ ਵਿੱਚ ਮੂੰਹ ਚ ਪਾ ਲਈ ਬੁਰਕੀ, ਇੱਧਰ ਦੀ ਨੰਗਣ ਇੱਧਰ ਥੋੜਾ ਜਿਹਾ ਪਾ ਲਿਆ ਮੂੰਹ ਦੇ ਵਿੱਚ, ਇੱਧਰ ਦੀ ਨੰਗਣ ਥੋੜਾ ਜਿਹਾ ਮੂੰਹ ਚ ਪਾ ਲਿਆ, ਇੱਧਰ ਦੀ ਨੰਗਣ ਥੋੜਾ ਜਿਹਾ, ਜਾਣੀ ਕਿ ਉਹ ਤਾਂ ਖਾਈ ਜਾਂਦੀਆਂ ਨੇ ਸ਼ੁਰੂ ਤੋਂ ਲੈ ਕੇ end ਤੱਕ ਪੈਣਾ। And when I saw that one more time, we went a little early while the food still being prepared. When you're going this way, you're tasting a little bit here, tasting a little bit that, tasting a little bit that, practically eating all the time. मेरा मतलब ये है, what I'm trying to say is कि जब सवेर से लेके शाम तक खाते जाओ थोड़ा नाले थोड़ी रूहानी satisfaction हो जाएगी थानू, नाले थोड़ी भूख नहीं मरेगी। And what I'm trying to say is, if all day little bit you are eating, you will have the satisfaction in your spirit, and also your hunger will still be there. 1 Corinthians chapter 14 verse 1 ਦੇ ਵਿੱਚ ਇੱਕ ਵਰਸ ਪੜਾਂਗੇ, ਬੜਾ ਜ਼ਬਰਦਸਤ ਵਰਸ ਹੈ। ਜਦੋਂ ਪਾਕ ਰੂਹ ਦੀਆਂ ਗੱਲਾਂ ਹੁੰਦੀਆਂ ਨੇ, ਪਰਮੇਸ਼ਰ ਦੇ ਰੂਹ ਦੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਹੁੰਦੀ ਆ, ਉਹਦੇ ਮੁਤਲਕ we're going to read the word of God that is according the things of the Holy Spirit when we talk about 1 Corinthians chapter 14 verse 1 ਦੇਖੋ ਜੀ, ਪੰਜਾਬੀ ਦੇ ਵਿੱਚ ਪੜਾਂਗੇ ਆਪਾਂ। ਹਾਂਜੀ। ਪ੍ਰੇਮ ਦੇ ਮਗਰ ਲੱਗੇ ਰਹੋ, ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ, ਪਰ ਵੱਧ ਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ। ਤੁਸੀਂ ਇੱਥੇ ਤਿੰਨੋਂ ਚੀਜ਼ਾਂ ਜਿਹੜੀਆਂ ਮੈਂ ਦੱਸਣਾ ਸੀ ਸ਼ੁਰੂ ਨਜ਼ਰ ਆ ਗਈਆਂ। And the three things that I was telling you in the beginning, you see them all here. ਦੁਬਾਰਾ ਪੜਾਂਗੇ। Again, we're going to read this. ਪ੍ਰੇਮ ਦੇ ਮਗਰ ਲੱਗੋ, ਇਹ ਦੂਸਰੀ ਗੱਲ ਸੀ। And that's the second ਤਾਂ thing, ਵੀ love. ਆਤਮਿਕ ਦਾਨਾਂ ਨੂੰ ਲੋਚੋ, ਆਤਮਿਕ ਦਾਨਾਂ ਨੂੰ ਲੋਚਣਾ ਪਰਮੇਸ਼ਰ ਦੀ ਹਜ਼ੂਰੀ ਨੂੰ, ਪਰ ਵੱਧ ਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ। ਪ੍ਰੋਫੈਸੀ ਕਰੋ, ਗਿਫਟਿੰਗ ਆ ਗਈ, ਯਾਨੀ ਕਿ ਪਰਮੇਸ਼ਰ ਦੀ ਹਜ਼ੂਰੀ ਨੂੰ ਡਿਜ਼ਾਇਰ ਕਰਨਾ, ਪਿਆਰ ਵਿੱਚ ਵੱਜਣਾ ਤੇ ਗਿਫਟਸ ਦੇ ਵਿੱਚ ਆਪਰੇਟ ਕਰਨਾ, ਤਿੰਨੋਂ ਚੀਜ਼ਾਂ ਆਣਗੀਆਂ। Desire to grow in the presence of the Lord, and desire to have the love, and then the prophecies, which is the gifting. So we have all three things right here. रूहानी तौर पे ਤੁਹਾਨੂੰ ਕੁਝ ਨਹੀਂ ਮਿਲੇਗਾ ਜੇ ਡਿਜ਼ਾਇਰ ਨਾ ਹੋਵੇ ਤੁਹਾਡੇ ਕੋਲ। And you will not receive anything spiritually if you don't desire it. ਬਿਲਕੁਲ ਜਿਸ ਤਰ੍ਹਾਂ ਪਵਿੱਤਰਤਾ ਜਿਹੜੀ ਆ, ਉਹ ਵੀ ਪਵਿੱਤਰਤਾ ਦੇ ਨਾਲ ਜਿਹੜੀਆਂ ਬਰਕਤਾਂ ਆਉਂਦੀਆਂ ਨੇ ਰੂਹ ਦੀਆਂ, ਉਹ ਡਿਜ਼ਾਇਰ ਕਰਕੇ ਮਿਲਦੀਆਂ। And the holiness, when your holiness and the things that comes with the holiness, you have to desire it to receive it. ਨਾਪਾਕ ਚੀਜ਼ਾਂ ਜਿਹੜੀਆਂ ਨੇ ਉਹਦਾ ਵੀ ਡਿਜ਼ਾਇਰ ਆਂਦਾ ਆ। ਕੋਈ ਬੰਦਾ ਪਾਪ ਨਹੀਂ ਕਰਦਾ ਡਿਜ਼ਾਇਰ ਤੋਂ ਬਿਨਾਂ। ਹੈ ਕੋਈ ਵੇਖਣ ਵਾਲੇ ਬਾਬਾ ਸੀ ਪਾਪ ਹੋ ਗਿਆ, ਡਿਜ਼ਾਇਰ ਤਾਂ ਹੈ ਹੀ ਨਹੀਂ ਸੀਗਾ, ਪੀਣ ਨੂੰ ਤਾਂ ਦਿਲ ਹੀ ਨਹੀਂ ਕਰਦਾ ਸੀਗਾ, ਬਸ ਐਵੇਂ ਹੀ ਘੁੱਟ ਲੱਗ ਗਈ। And even the sinful things, if there's a sin, even there's a desire for that. You cannot say, oh, I didn't have the desire, but I just drank. No, you had that desire, that's why you drank. ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਲਿਕੁਇਡ ਅਲਕੋਹਲ, ਕੋਈ ਵੀ ਐਡਿਕਸ਼ਨ ਤੁਹਾਨੂੰ ਕੰਟਰੋਲ ਕਰ ਸਕਦੀ ਹੈ ਤੁਹਾਡੇ ਡਿਜ਼ਾਇਰ ਨੂੰ, ਆਪੇ ਸੋਚੋ ਇੱਕ ਪਰਸਨ ਜੋ ਪਵਿੱਤਰ ਆਤਮਾ ਪਾਕ ਰੂਹ
ਉਹ ਕਿੰਨਾ ਜ਼ਿਆਦਾ ਤੁਹਾਡੇ ਦਿਲ ਤੇ ਕੰਟਰੋਲ ਕਰ ਸਕਦਾ ਤਾਂ ਕਿ ਤੁਸੀਂ ਉਹਦੀ ਡਿਜ਼ਾਇਰ ਵਿੱਚ ਅੱਗੇ ਵਧੋ And if alcohol, let's say, can control your desire, how much more the Holy Spirit, a person of a Holy Spirit, can control your desire if you have a desire towards it. ਅੱਜ ਤੁਸੀਂ ਇੱਕ ਦੁਆ ਕਰੋ ਪ੍ਰਭੂ ਨੂੰ ਕਹੋ ਪਰਮੇਸ਼ਰ ਪਿਤਾ ਮੈਂ ਕਿਸੇ ਚੀਜ਼ ਦੀ ਖੁਆਇਸ਼ ਨਾ ਕਰਾਂ ਮੇਰੀ ਕੋਈ ਖੁਆਇਸ਼ ਹੋਵੇ ਕਿ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਪਵਿੱਤਰ ਆਤਮਾ ਦੇ ਡਿਜ਼ਾਇਰ ਦੇ ਵਿੱਚ ਮੈਂ ਹੋਰ ਵੱਧ ਸਕਾਂ And today, let's pray with you. Let's pray that, Lord, may I not desire anything but to grow in your presence. Romans chapter 8 verse 15 ਦੇਖਾਂਗੇ ਜਿਹਦੇ ਵਿੱਚ ਆਪਾਂ ਨੂੰ ਤੀਸਰੀ ਗੱਲ ਵਚਨ ਦੇ ਵਿੱਚੋਂ ਪਤਾ ਚੱਲੇਗੀ ਵੀ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਰੂਹ ਦੇ ਵਿੱਚ ਭਰ ਸਕਦੇ ਹਾਂ ਰੂਹ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਢੱਕ ਸਕਦੇ ਹਾਂ ਆਪਣੀ ਜ਼ਿੰਦਗੀ ਨੂੰ And in Romans chapter 8 verse 15 we're going to see our third point, that how we can fill completely or saturate our life with the Holy Spirit. ਜੀ ਹਾਂਜੀ ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ ਹੇ ਪਿਤਾ ਪੁਕਾਰਦੇ ਹਾਂ ਹਾਲੇਲੂਇਆ ਆਮੇਨ ਜਾਣੀ ਕਿ ਪਰਮੇਸ਼ਰ ਨੇ ਆਪਾਂ ਨੂੰ ਡਰ ਦਾ ਆਤਮਾ ਨਹੀਂ ਦਿੱਤਾ ਆਪਾਂ ਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਸੋ ਡਰ ਕੇ ਨਹੀਂ ਚੱਲਣਾ And that means that Lord has not given us the spirit of fear. He has given us the spirit of boldness. So don't fear. ਆਪਣੇ ਪਾਪ confess ਕਰੀਏ Confess our ਆਪਣੀ sins. ਕਮਜ਼ੋਰੀਆਂ confess ਕਰੀਏ ਮਾਫੀ ਮੰਗੀਏ ਪਰਮੇਸ਼ਰ ਤੋਂ ਤੇ ਉਹਨੂੰ ਆਖੀਏ ਪ੍ਰਭੂ ਜੀ ਅਸੀਂ ਦਲੇਰੀ ਦੇ ਵਿੱਚ ਚੱਲਣਾ ਚਾਹੁੰਦੇ ਆ ਡਰ ਕੇ ਨਹੀਂ ਚੱਲਣਾ ਡਰ ਦੀ ਆਤਮਾ 'ਚ ਨਹੀਂ ਰਹਿਣਾ ਬਲਕਿ ਦਲੇਰੀ ਦੇ ਨਾਲ ਅੱਗੇ ਵਧਣਾ ਆ ਤੇ ਦਲੇਰੀ ਦੇ ਵਿੱਚ ਹੀ ਅੱਗੇ ਜਾ ਕੇ ਆਪਾਂ ਪਰਮੇਸ਼ਰ ਦੀ ਰੂਹ ਦੇ ਵਿੱਚ ਆਪਣੇ ਆਪ ਨੂੰ ਭਰਾਂਗੇ And confess your weaknesses, confess your sins to the Lord, and then walk ahead, because it's not in fear that we need to walk. We have to walk in boldness, and that's how we will be filled with the presence of the Holy Spirit. 2 Timothy chapter 1 verse 6-7 ਦੇ ਵਿੱਚ ਵੀ ਆਪਾਂ ਨੂੰ ਇਹ ਥੋੜਾ ਜਿਹਾ ਵਚਨ ਹੋਰ ਰੋਸ਼ਨੀ ਪਾਵੇਗਾ ਇਸ ਪੁਆਇੰਟ ਦੇ ਉੱਤੇ And we're going to see 2 Timothy chapter 1 verse 6 and 7, and we'll see more about this point in this verse. ਹਾਂਜੀ ਜੀ 2 Timothy chapter 1 verse 6 and 7 ਪੜ੍ਹਾਂਗੇ ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਬਈ ਤੂੰ ਪਰਮੇਸ਼ਰ ਦੀ ਉਸ ਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਚਮਕਾ ਦੇ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ ਹਾਲੇਲੂਇਆ ਦੁਆਰਾ ਫੇਰ ਇਹ ਆਤਮਾ ਹੀ ਪ੍ਰੇਮ ਦਾ ਆ ਇਹ ਆਤਮਾ ਹੀ ਸੰਜਮ ਦਾ ਆ ਡਰ ਦਾ ਨਹੀਂਗਾ ਜੇ ਤੁਸੀਂ ਆਤਮਾ 'ਚ ਚੱਲਣਾ ਚਾਹੁੰਦੇ ਹੋ ਰੂਹ 'ਚ ਚੱਲਣਾ ਚਾਹੁੰਦੇ ਹੋ ਇਹ ਪ੍ਰੇਮ ਦਾ ਆਤਮਾ ਪ੍ਰੇਮ ਨਾਲ ਚੱਲਣਾ ਪਏਗਾ And if again we see in this verse that it is the spirit of love. If you want to walk in love, it's important that you walk in love, not in fear. You have to walk in boldness and in love, because this is spirit of love. ਪ੍ਰੇਮ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਮਾਫੀ ਹੋ ਗਈ ਧੀਰਜ ਹੋ ਗਿਆ ਸਹਿਣਾ ਹੋ ਗਿਆ ਹੋਰ ਵੀ ਬਥੇਰੀਆਂ ਨੇ ਪ੍ਰੇਮ ਦੇ ਨਾਲ ਹੱਥ ਫੜ ਕੇ ਤੁਹਾਨੂੰ ਤੁਰਨਾ ਪਏਗਾ ਤਾਂ ਹੀ ਇਹ ਆਤਮਾ ਤੁਹਾਡੇ ਨਾਲ ਤੁਰੇਗਾ ਲੇਕਿਨ ਜੇ ਪ੍ਰੇਮ ਦੇ ਨਾਲ ਹੱਥ ਫੜ ਕੇ ਨਹੀਂ ਜਾਵਾਂਗੇ ਮਾਫੀ ਨਾਲ ਹੱਥ ਫੜ ਕੇ ਨਹੀਂ ਜਾਵਾਂਗੇ ਧੀਰਜ ਨਾਲ ਨਹੀਂ ਸਹਿਣਾ ਨਹੀਂ ਗਾ ਹੱਥ ਫੜ ਕੇ ਨਹੀਂ ਲਾਵਾਂਗੇ ਤਾਂ ਪਵਿੱਤਰ ਆਤਮਾ ਕਹੂਗਾ ਤੂੰ ਕੌਣ ਮੈਂ ਕੌਣ ਤੂੰ ਚੱਲ ਮੈਂ ਤੇਰੇ ਨਾਲ ਤੁਰ ਨਹੀਂ ਸਕਦਾ And if we have to walk in hand with love, then we have to walk in forgiveness, we have to walk in patience. If we are not walking in these things, then the Holy Spirit cannot walk with us hand in hand. It is important to walk in love and in forgiveness and patience and all these things. Hallelujah. Hallelujah. ਚੇਲਿਆਂ ਦੇ ਕਰਤੱਵੇ 8ਵੇਂ ਚੈਪਟਰ ਦੇ 17ਵੇਂ ਵਰਸ ਦੇ ਵਿੱਚ ਇੱਕ ਹੋਰ ਤਰੀਕਾ ਵਚਨ 'ਚ ਲਿਖਿਆ ਹੋਇਆ ਆ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਰੂਹ ਦੇ ਵਿੱਚ ਭਰੀ ਰੱਖਦੇ ਹਾਂ And in book of Acts chapter 8 verse 17 also it gives us another way how we can stay filled with the presence of the Holy Spirit. ਹੁਣ ਯਾਦ ਰੱਖੋ ਕਿ ਆਪਾਂ ਇੱਕ ਸ਼ਰੀਰ ਆ And remember, we are a body. ਇੱਕ ਹੱਥ ਜਿਹੜਾ ਆ ਉਹ ਦੂਸਰੀ ਬਾਹ ਨੂੰ
ਸਾਫ਼ ਕਰਦਾ ਹੈ ਤੇ ਮਸਾਜ ਕਰਦਾ ਹੈ ਤੇ ਇਹ ਹੱਥ ਦੂਸਰੇ ਨੂੰ ਕਰਦਾ ਹੈ ਜਾਨੀ ਕਿ ਆਪਾਂ ਇੱਕ ਦੂਜੇ ਨੂੰ ਐਡੀਫਾਈ ਕਰਦੇ ਹਾਂ And our right hand helps the left arm or massages or try to help in every way. That means we are edifying each other. ਸਾਨੂੰ ਦੂਸਰੇ ਵਿਸ਼ਵਾਸੀਆਂ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਵੀ ਰੂਹ ਦੇ ਵਿੱਚ ਹੋਰ ਵੱਧ ਸਕੀਏ We need each other. We need our brothers and sisters in Christ so that we can also grow bigger with them. Amen. Amen. ਪੜਾਂਗੇ ਵਚਨ ਦੇ ਵਿੱਚ Acts chapter 8 verse 17 ਜੀ ਤਦ ਇਹਨਾਂ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ Amen. ਪ੍ਰਭੂ ਦੇ ਪੈਰੋਂ ਜਦੋਂ ਇੱਕ ਦੂਸਰੇ ਤੇ ਹੱਥ ਰੱਖ ਕੇ ਦੁਆ ਕਰਦੇ ਆ ਤੇ ਉਹਨਾਂ ਨੂੰ ਲੋਕਾਂ ਨੂੰ ਪਵਿੱਤਰ ਆਤਮਾ ਮਿਲਦਾ ਆ ਤੇ ਲੋਕ ਰੱਬ ਦੀ ਹਜ਼ੂਰੀ ਨਾਲ ਭਰ ਜਾਂਦੇ ਨੇ ਲੋਕਾਂ ਦੇ ਵਿੱਚ ਗਿਫਟਸ ਜਿਹੜੇ ਨੇ ਕੰਮ ਕਰਨ ਲੱਗ ਜਾਂਦੇ ਨੇ And when brothers and sisters we pray for each other, we put our hands, place our hands on them and we pray for them, they get filled with the presence of the Holy Spirit. A lot of them, they receive the baptism of the Holy Spirit and they start to work for the Lord more and more. ਸੋ ਜਿੰਨਾ ਜ਼ਿਆਦਾ ਤੁਸੀਂ ਪਰਮੇਸ਼ਰ ਦੇ ਸਰੀਰ ਦੇ ਨਾਲ ਉੱਠੋਗੇ ਬੈਠੋਗੇ ਕਲੀਸਿਆ ਦੇ ਨਾਲ ਬੋਡੀ ਆਫ ਕ੍ਰਾਈਸਟ ਦੇ ਨਾਲ ਜੁੜੇ ਰਹੋਗੇ ਉਨਾ ਹੀ ਜ਼ਿਆਦਾ ਤੁਸੀਂ ਪ੍ਰਭੂ ਦੇ ਨਾਲ ਜੁੜੇ ਰਹੋਗੇ And that's why more that you have your relationship with the body of Christ and you are sitting and spending time with body of Christ, more you will grow in the Holy Spirit. ਇੱਕ ਹੋਰ ਪਰਮੇਸ਼ਰ ਦਾ ਵਚਨ ਦੇਖਾਂਗੇ We're going to see another word. ਸੰਤ ਲੂਕਾ ਦੀ ਕਿਤਾਬ ਦੇ ਵਿੱਚ 11ਵਾਂ ਚੈਪਟਰ ਤੇ 9 ਤੋਂ ਲੈ ਕੇ 13 ਤੱਕ ਆਪਾਂ ਪੜਾਂਗੇ Luke chapter 11 verse 9 to 13. ਜਿਸ ਦੇ ਵਿੱਚ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਦੱਸਿਆ ਗਿਆ ਹੈਗਾ ਆ ਵੀ ਕਿਸ ਤਰ੍ਹਾਂ ਬਰਕਤ ਲੈਣੀ ਆ ਰੂਹ ਦੀ And it says powerfully how we can receive the blessings from the Spirit. ਹਾਂਜੀ ਸੰਤ ਲੂਕ ਚੈਪਟਰ 11 verse 9 to 13 ਮੈਂ ਤੁਹਾਨੂੰ ਆਖਦਾ ਹਾਂ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਢੂੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹਦੇ ਲਈ ਖੋਲਿਆ ਜਾਵੇਗਾ ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਓ ਹੈ ਕਿ ਜੇ ਉਹਦਾ ਪੁੱਤਰ ਮੱਛੀ ਮੰਗੇ ਤਾਂ ਉਹਨੂੰ ਮੱਛੀ ਦੀ ਥਾਂ ਸੱਪ ਦੇਵੇਗਾ ਜਾਂ ਜੇ ਅੰਡਾ ਮੰਗੇ ਤਾਂ ਉਹਨੂੰ ਬਿੱਛੂ ਦੇਵੇਗਾ ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸਵਰਗੀ ਪਿਤਾ ਕਿੰਨਾ ਵਧੇਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ ਫਰਕ ਸਿਰਫ ਇਹ ਆ ਕਿ ਜੇ ਤੁਸੀਂ ਨਿਸ਼ਚੈ ਨਾਲ ਮੰਗੋ ਵਿਸ਼ਵਾਸ ਨਾਲ ਮੰਗੋ ਦਿਲੋਂ ਮੰਗੋ ਤੇ ਪਰਮੇਸ਼ਰ ਤੁਹਾਨੂੰ ਦੇਵੇਗਾ And what is the difference if we ask with all our heart, with all our mind, and with faith, Lord Father will give it to us. ਮਤੀ 7:7 ਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ And even in Matthew 7:7 it says that you ask and you will be given. ਇਹਨਾਂ ਪਿਛਲੇ ਦਿਨਾਂ ਵਿੱਚ ਕਿੰਨੀ ਵਾਰ ਤੁਸੀਂ ਮੰਗਿਆ ਰੱਬ ਤੋਂ ਪ੍ਰਭੂ ਜੀ ਅਸੀਂ ਤੇਰੀ ਹਜ਼ੂਰੀ 'ਚ ਹੋਰ ਵਧਣਾ ਚਾਹੁੰਦਾ ਹਾਂ ਮੈਂ ਤੇਰੀ ਹਜ਼ੂਰੀ 'ਚ ਆਪਣੇ ਆਪ ਨੂੰ ਭਰਨਾ ਚਾਹੁੰਦਾ ਹਾਂ ਮੈਂ ਤੇਰੀ ਹਜ਼ੂਰੀ ਦੇ ਵਿੱਚ ਫਲੋ ਹੋਣਾ ਚਾਹੁੰਦਾ ਹਾਂ ਤੇਰੇ ਮਸਾਜ ਤੇਰੀ ਅਨੋਇੰਟਿੰਗ 'ਚ ਤੇਰੀ ਸੇਵਾ ਕਰਨਾ ਚਾਹੁੰਦਾ ਤੇਰੇ 'ਚ ਕੰਮ ਕਿੰਨਾ ਮੰਗਿਆ ਆਪਾਂ ਕਈ ਵਾਰ ਆਪਾਂ ਦੁਨੀਆ ਦੀਆਂ ਚੀਜ਼ਾਂ ਹੀ ਮੰਗਦੇ ਰਹਿ ਗਏ ਪੈਸਾ ਦੌਲਤ ਹੀ ਮੰਗਦੇ ਰਹਿ ਗਏ ਜਿਹੜਾ ਕੁਝ ਇੱਥੇ ਰਹਿ ਜਾਣਾ ਹੈ And in these past days, how many times actually you came to the Lord and you asked for this spiritual thing? Lord, give me. I want to grow more in you, anointing and blessings in a spiritual way. Sometimes we are only asking for material things, which at the end they are not even gonna go with us. They're gonna all stay behind. Ephesians chapter 5 verse 18 ਤੋਂ 20 ਲਿਖਾਂਗੇ ਜਿਹਦੇ ਵਿੱਚ ਪਰਮੇਸ਼ਰ ਦਾ ਵਚਨ ਕਲੀਅਰ ਕੱਟ ਦੱਸਦਾ ਆ ਸਾਨੂੰ ਵੀ ਜੇ ਆਪਾਂ ਪੂਰੇ ਦਿਲੋਂ ਪਰਮੇਸ਼ਰ ਦਾ ਧੰਨਵਾਦ ਕਰੀਏ ਜੇ ਆਪਾਂ ਆਪਣੀ ਅੱਖਾਂ ਉਸ ਪਰਮਾਤਮਾ ਤੇ ਲਾ ਕੇ ਰੱਖੀਏ ਤੇ ਉਹਦੀ ਮਹਿਮਾ ਕਰੀਏ ਉਹ ਲਗਾਤਾਰ ਆਪਾਂ ਨੂੰ ਆਪਣੀ ਰੂਹ ਨਾਲ ਭਰੀ ਰੱਖੇਗਾ And in Ephesians chapter 5 verse 18 to 20 tells us if we continuously give him thanks and if we have our eyes placed on him, he will help us.
ਇਸ ਪਿਆਰ ਦਾ ਇੱਕ ਹੋਰ ਨਜ਼ਾਰਾ ਨਜ਼ਰ ਆ ਰਿਹਾ ਹੈ ਆਪਾਂ ਨੂੰ ਕਿ ਜਿਹੜਾ ਜਦੋਂ ਇਹ ਪਿਆਰ ਹੁੰਦਾ ਆ ਉਦੋਂ ਬੰਦਾ ਧੰਨਵਾਦ ਹੀ ਕਰਦਾ ਹੈ ਪਰਮੇਸ਼ਵਰ ਦਾ And this is again another example of love. We see that when there is love there, all we do is we give them thanks. We give the Lord thanks because we are so filled with love. ਉਦੋਂ ਬੰਦਾ ਕੰਪਲੇਂਟਸ ਨਹੀਂ ਕਰਦਾ ਕ੍ਰਿਟਿਸਿਜ਼ਮ ਨਹੀਂ ਕਰਦਾ ਉਦੋਂ ਪਰਮੇਸ਼ਵਰ ਦਾ ਧੰਨਵਾਦ ਹੀ ਕਰਦਾ ਪ੍ਰਭੂ ਜੋ ਕੁਝ ਵੀ ਮੇਰੀ ਜ਼ਿੰਦਗੀ 'ਚ ਹੋ ਰਿਹਾ ਹੈ ਤੈਨੂੰ ਪਤਾ ਕਾਹਤੋਂ ਹੋ ਰਿਹਾ ਉਹਦੇ ਪਿੱਛੇ ਕੋਈ ਮਕਸਦ ਆ ਪ੍ਰਭੂ ਜੀ ਤੇਰੀ ਮਰਜ਼ੀ ਪੂਰੀ ਹੋ ਜਾਵੇ And at that time, if the person is filled with love, the person is not complaining. There's no criticism happening at the time. The person says, Lord, whatever is happening in my life, you know it better. May your will be done in my life. Ephesians chapter 5, verse 18 to 20 ਦੇਖਾਂਗੇ ਹਾਂਜੀ ਸ਼ਰਾਬ ਪੀਣੀ ਛੱਡ ਦਿਓ ਨਹੀਂ ਤਾਂ ਇਹ ਤੁਹਾਡਾ ਨਾਸ਼ ਕਰ ਦੇਵੇਗੀ ਇਸ ਲਈ ਇਸ ਦੀ ਥਾਂ ਪਵਿੱਤਰ ਆਤਮਾ ਨਾਲ ਭਰ ਜਾਵੋ ਇੱਕ ਦੂਜੇ ਵੱਲ ਭਜਨਾਂ ਗੀਤਾਂ ਅਤੇ ਆਤਮਿਕ ਰਾਗਾਂ ਦੇ ਰਾਹੀਂ ਆਪਣੇ ਭਾਵ ਪ੍ਰਗਟ ਕਰੋ ਇੱਕ ਦੂਜੇ ਦੇ ਨਾਲ ਆਤਮਿਕ ਗੀਤਾਂ ਰਾਹੀਂ ਭਜਨਾਂ ਦੇ ਨਾਲ ਧੰਨਵਾਦ ਦੇ ਨਾਲ ਆਪਣਾ ਦਿਲ ਪ੍ਰਗਟ ਕਰੋ ਅੱਗੇ ਦੇਖੋ ਆਪਣੇ ਮਨੋਂ ਪ੍ਰਭੂ ਦਾ ਭਜਨ ਅਤੇ ਸਿਮਰਨ ਕਰੋ ਪਰਮੇਸ਼ਰ ਪਿਤਾ ਦਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੁਆਰਾ ਧੰਨਵਾਦ ਸਭ ਚੀਜ਼ਾਂ ਦੇ ਲਈ ਕਰੋ ਸਭ ਚੀਜ਼ਾਂ ਲਈ ਧੰਨਵਾਦ ਕਰੋ Let's give thanks for everything. ਮੈਂ ਕਰੋਨਾ ਲਈ ਵੀ ਧੰਨਵਾਦ ਕਰੋ Even this corona, what's going on, let's just give thanks for everything. ਤਾਂ ਧੰਨਵਾਦ ਨਹੀਂ ਕਰਨਾ ਕਿ ਉਹਨੇ ਵੀ ਆ ਗਈ ਆ ਬਲਕਿ ਇਹਦੇ ਆਉਣ ਨਾਲ ਅਸੀਂ ਪਰਮੇਸ਼ਰ ਦੇ ਨਾਲ ਹੋਰ ਲੱਗ ਗਏ ਹਾਂ ਅਸੀਂ ਆਪਣੇ ਪਰਿਵਾਰ ਦੇ ਨਾਲ ਲੱਗ ਗਏ ਹਾਂ ਇਹਦੇ ਵਿੱਚ ਆਪਾਂ ਨੂੰ ਪਰਮੇਸ਼ਰ ਬਰਕਤਾਂ ਦੇ ਰਿਹਾ ਹੈ We're not giving thanks to the Lord that we have corona, no, but because through it this time, this pandemic time, we're spending more time with our family, we're spending more time with the Lord, we are sitting in his presence more, so that's why we are thanking God for it. Amen. Amen. ਆਓ ਇੱਕ ਹੋਰ ਵਚਨ ਦੇਖਾਂਗੇ We're going to see one more word. ਗਲਾਤੀਆਂ ਦਾ ਤੀਸਰਾ ਚੈਪਟਰ ਤੇ ਉਹਦਾ ਦੂਸਰਾ ਵਰਸ ਦੇਖਾਂਗੇ ਆਪਾਂ We're going to see Galatians chapter 3 verse 2. ਜੋ ਵੀ ਪਰਮੇਸ਼ਰ ਦਾ ਕੰਮ ਆ ਭਰਾਵੋ ਤੇ ਭੈਣੋ ਉਹ ਬਾਈ ਫੇਥ ਹੁੰਦਾ ਹੈ And all the works of the Lord, they are done by faith. ਇਹ ਲੈਣਾ ਵੀ ਬਾਈ ਫੇਥ ਆ You have to receive it by faith. ਮੁਕਤੀ ਕਿੱਦਾਂ ਮਿਲੀ ਆ ਤੁਹਾਨੂੰ How did you receive the salvation? ਬਾਈ ਫੇਥ By faith. ਹੀਲਿੰਗ ਤੁਹਾਨੂੰ ਕਿੱਦਾਂ ਮਿਲੀ ਆ How do you receive healing? ਬਾਈ ਫੇਥ By faith as well. ਰੱਬ ਦੀ ਹਜ਼ੂਰੀ ਕਿੱਦਾਂ ਮਿਲੇਗੀ How will you receive the presence of the Lord? ਬਾਈ ਫੇਥ That will be by faith as well. ਪਵਿੱਤਰ ਆਤਮਾ ਨਾਲ ਕਿੱਦਾਂ ਭਰਾਂਗੇ ਅਸੀਂ ਆਪਣੇ ਆਪ ਨੂੰ How will we be filled with the presence of the Holy Spirit? ਬਾਈ ਫੇਥ By faith as well. ਮਾਫ ਕਿੱਦਾਂ ਕਰਨਾ ਇੱਕ ਦੂਜੇ ਨੂੰ How do we forgive each other? ਬਾਈ ਫੇਥ By faith. ਕਿਉਂਕਿ ਸੋਚਾਂ ਆਉਂਦੀਆਂ ਨੇ ਮਨ ਵਿੱਚ ਨਹੀਂ ਮਾਫ ਕਰਨ ਦਾ ਕੀ ਫਾਇਦਾ ਆਏਗਾ ਇਹ ਕੱਲ ਵੀ ਤੇਰੇ ਨਾਲ ਦੁਬਾਰਾ ਫਿਰ ਇਹੀ ਕਰੂਗਾ And because we receive, by faith we receive hope ਰੱਖ ਕੇ ਨਹੀਂ ਪਰਮੇਸ਼ਰ ਬਦਲੇਗਾ and we receive those thoughts in our mind, oh, why bother forgiving the person because tomorrow they might do the same thing with me? No, in our mind we have to have hope. With hope, yes, God will make the changes that they are necessary. ਸੇਵਾ ਕਿੱਦਾਂ ਕਰਨੀ ਹੈ How do we serve? by faith By faith. ਬਦਲੂਆਂ ਕਿੱਦਾਂ ਕੱਢਣੀਆਂ ਨੇ How do we take the evil spirits out of the people? ਵਚਨ ਬੋਲ ਕੇ With the speaking of the word. but by faith But by faith, ਨਿਸ਼ਚਾ ਦੇ ਨਾਲ. by faith ਹੀ ਹੱਥ ਰੱਖ ਕੇ ਬਿਮਾਰ ਚੰਗੇ ਕਰ ਦੇਣੇ ਨੇ And it's by faith that we place hand on the sick people and they get healed. ਭਰਾਵੋ ਤੇ ਭੈਣੋ ਜੋ ਕੁਝ ਵੀ ਇਸ ਦੁਨੀਆ 'ਚ ਹੁੰਦਾ ਸਭ ਕੁਝ ਦੇਖ ਕੇ ਹੁੰਦਾ ਲੇਕਿਨ ਜੋ ਕੁਝ ਵੀ ਉਸ ਦੁਨੀਆ 'ਚ ਹੁੰਦਾ ਸਭ ਕੁਝ ਅੱਖਾਂ ਬੰਦ ਕਰਕੇ ਹੁੰਦਾ And brothers and sisters, whatever happens in this world, everything happens by seeing it. But whatever happened in that world, in spiritual world, everything happens by faith, not with our eyes. How are we walking? by faith By faith. कैसे जी रहे हैं जी How are we living? by faith By faith. अपनी आँखां उस परमात्मा ते लाके Our eyes are placed on our God Almighty, ਜਿਹਦੇ ਸਾਹਮਣੇ ਸਭ ਨੇ ਜਾ ਕੇ ਆਪਣਾ ਹਿਸਾਬ ਕਿਤਾਬ ਦੇਣਾ ਹੈ who everyone is gonna go in front of him one day and we will stand there in front of his throne. Galatians chapter 3 verse 2 ਹਾਂਜੀ We're gonna see Galatians chapter 3 verse 2. ਮੈਂ ਤੁਹਾਤੋਂ ਇੰਨਾ ਦੁਬਾਰਾ ਪੜ੍ਹ ਦਿਓ Galatians chapter 3 verse 2 ਹਾਂਜੀ ਪੰਜਾਬੀ ਚ ਦੇਖਾਂਗੇ
ਮੈਂ ਤੁਹਾਤੋਂ ਨਿਰਾ ਇੰਨਾ ਮਾਲੂਮ ਕਰਨਾ ਚਾਹੁੰਦਾ ਹਾਂ ਬਈ ਤੁਹਾਨੂੰ ਸ਼ਰ੍ਹਾ ਦੇ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਜਾਂ ਨੇਚਾ ਦੇ ਸਨੇਹਾਂ ਤੋਂ। ਤੁਹਾਨੂੰ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਜਾਂ ਨੇਚਾ ਦੇ ਸਨੇਹ ਤੋਂ, ਯਾਨੀ ਕਿ ਨੇਚਾ ਮਤਲਬ ਫੇਥ, ਬਾਈ ਫੇਥ ਜਾਂ ਫੇਥ ਦੇ ਸਨੇਹ ਤੋਂ ਤੁਹਾਨੂੰ ਇਹ ਬਰਕਤ ਪ੍ਰਾਪਤ ਹੋਈ ਹੈ। Did you receive the blessing by works or you received it by faith? By faith. By faith, indeed. ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ। We want to give thanks to the Lord. ਪ੍ਰਭੂ ਤੇ ਭੈਣੋ, ਹਰ ਉਹ ਬੰਦਾ that person ਜਿਹਦੇ ਵਿੱਚ ਪਵਿੱਤਰ ਆਤਮਾ ਨੇ ਕੰਮ ਕੀਤਾ, that the Holy Spirit had worked in, ਉਹਦੇ ਵਿੱਚ 5 ਚੀਜ਼ਾਂ ਨਜ਼ਰ ਆਉਂਦੀਆਂ। you will see 5 things in them. ਤੁਸੀਂ ਸਾਰਾ ਚੇਲਿਆਂ ਦੇ ਕਰਤੱਵ ਪੜ੍ਹ ਸਕਦੇ ਹੋ, ਪਰਮੇਸ਼ਰ ਦੇ ਸੇਵਕਾਂ 'ਚ ਦੇਖ ਸਕਦੇ ਹੋ। ਬਾਈਬਲ ਦੇ ਵਿੱਚੋਂ ਉਹਨਾਂ 'ਚ 5 ਚੀਜ਼ਾਂ ਨਜ਼ਰ ਆਉਣੀਆਂ ਚਾਹੀਦੀਆਂ ਨੇ। ਮੈਂ ਚਾਹਾਂਗਾ ਕਿ ਤੁਹਾਡੇ ਵਿੱਚ ਵੀ 5 ਚੀਜ਼ਾਂ ਨਜ਼ਰ ਆਉਣ। And you will see in the book of Acts, you can see in the Bible, these 5 things should be shown in the servants of the Lord. ਪਹਿਲੇ ਨੰਬਰ ਤੇ Number 1, ਜਿਹੜੇ ਰੱਬ ਦੀ ਰੂਹ ਦੇ ਨਾਲ ਡੱਕੇ ਹੋਏ ਨੇ, ਭਰੇ ਹੋਏ ਨੇ, ਪਰਮੇਸ਼ਰ ਦੇ ਪਿਆਰ 'ਚ ਚੱਲ ਰਹੇ ਨੇ, the ones who are filled completely with the presence of the Lord and they're walking in the love. ਉਹਨਾਂ 'ਚ ਦਲੇਰੀ ਨਜ਼ਰ ਆਏਗੀ, You will see ਰੂਹ ਦੀ ਦਲੇਰੀ। You will see boldness in spirit in them. ਚੇਲਿਆਂ ਦੇ ਕਰਤੱਵ 4:13 ਦੇ ਵਿੱਚ ਕਲੀਅਰ ਲਿਖਿਆ ਪੜਾਂਗੇ ਕਿਸ ਤਰ੍ਹਾਂ ਚੇਲਿਆਂ ਦੇ ਵਿੱਚ ਦਲੇਰੀ ਸੀ। And how the disciples were so bold. ਮੈਂ ਚਾਹੁੰਦਾ ਕਿ ਤੁਸੀਂ ਇਹਨੇ ਰੱਬ ਦੀ ਰੂਹ ਨਾਲ ਭਰ ਜਾਓਗੇ, ਤੁਹਾਡੇ ਵਿੱਚ ਇਹ ਦਲੇਰੀ ਆਵੇ। And I really pray that we all fill so much with the presence of the Lord that we may have the same boldness that the disciples had. ਹਾਂਜੀ, ਜਾਂ ਉਹਨਾਂ ਨੇ ਪਤਰਸ ਅਤੇ ਯੋਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਜੋ ਉਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ। ਫਿਰ ਉਹਨਾਂ ਨੂੰ ਪਛਾਣਿਆ ਬਈ ਇਹ ਯਿਸੂ ਦੇ ਨਾਲ ਰਹੇ ਸਨ। ਯਿਸੂ ਦੇ ਨਾਲ ਚੱਲੇ ਸੀ ਤੇ ਪ੍ਰਭੂ ਯਿਸੂ ਮਸੀਹ ਦੀ ਦਲੇਰੀ ਇਹਨਾਂ ਦੇ ਉੱਤੇ ਆ ਗਈ ਸੀ। They walked together with Lord Jesus and the boldness from Lord Jesus was shown on them as well. ਕਿਸੇ ਨੇ ਕਿਹਾ ਤੂੰ ਮੈਨੂੰ ਦੱਸ ਦੇ ਤੂੰ ਕਿਹਦੇ ਨਾਲ ਤੁਰਦਾ ਆ, ਮੈਂ ਤੈਨੂੰ ਦੱਸ ਦੂੰ ਤੂੰ ਕੌਣ ਆ। And somebody said, tell me who do you walk with and I'll tell you who you are. ਤੁਸੀਂ ਉਹ ਕੁਝ ਕਰੋਗੇ, ਉਹ ਕੁਝ ਬੋਲੋਗੇ ਜਿਹਦੇ ਨਾਲ ਤੁਸੀਂ ਤੁਰ ਰਹੇ ਹੋ। And you will do those things and you will speak those things whatever you are hearing from the one you are walking with. ਉਹ ਦੁਨੀਆ ਦੇ ਵਿੱਚ ਵੀ ਲੋਕ ਆਹੀ ਕਹਿੰਦੇ ਨੇ। And this is what the people say out there in the world as well. ਵੀ ਤੂੰ ਨਹੀਂ ਬੋਲਦੀ। That is not you who is speaking. ਜਿਹੜਾ ਤੇਰੇ ਨਾਲ ਆ ਜਾਂ ਤੇਰੇ ਨਾਲ ਵਿੱਚ ਆ ਉਹ ਬੋਲਦਾ ਆ। Or the person who you're walking with or spending time with, that's the person speaking through you. ਰੂਹ ਦੇ ਵਿੱਚ ਆ ਕੇ ਵੀ ਪ੍ਰਭੂ ਦੇ ਨਾਮ ਪਵਿੱਤਰ ਆਤਮਾ ਆਪਣੇ ਥਾਂ ਦੀ ਬੋਲੂ, ਉਹਦੀ ਦਲੇਰੀ ਬੋਲੂ। In the spirit as well is the boldness of the Holy Spirit that will speak through us. ਚੇਲਿਆਂ ਦਾ ਕਿਤਾਬ 13:52 ਦੇ ਵਿੱਚ ਦੂਸਰੀ ਚੀਜ਼ ਨਜ਼ਰ ਆ ਰਹੀ ਆ, ਉਹ ਹੈ ਜੋਏ, ਉਹ ਹੈ ਰੂਹ ਦੀ ਖੁਸ਼ੀ। ਇੰਨਾ ਢੱਕ ਲਓ, ਇੰਨਾ ਭਰ ਲਓ ਆਪਣੇ ਆਪ ਨੂੰ ਰੱਬ ਦੀ ਖੁਸ਼ੀ ਦੇ ਨਾਲ ਕਿ ਉਹ ਖੁਸ਼ੀ ਤੁਹਾਡੇ ਉੱਪਰੋਂ ਡੁੱਲ ਪਵੇ, ਉਹ ਜੋਏ ਡੁੱਲ ਪਵੇ ਪ੍ਰਭੂ ਦੇ। And we also see in the book of Acts that the joy is the second word. Let's fill ourselves with the joy of the Spirit so much that people from far away can see it, that it's the joy is actually reflecting from our faces. ਉਹਦੇ ਗਹਿਰੇ ਗਿਆਨ ਦਾ ਜੋਏ, the joy of the knowledge of the word in depth. ਲੇਕਿਨ ਉਹ ਗਹਿਰਾ ਗਿਆਨ ਤੁਹਾਨੂੰ ਰੂਹ ਹੀ ਤੁਹਾਨੂੰ ਲੈ ਕੇ ਜਾਊ ਉੱਥੇ ਤੱਕ, ਉਸ ਗਹਿਰਾਈ ਤੱਕ। Only Spirit can take you in that depth. Let's read. ਅਤੇ ਚੇਲੇ ਆਨੰਦ ਅਰ ਪਵਿੱਤਰ ਆਤਮਾ ਨਾਲ ਭਰੇ ਰਹਿੰਦੇ ਸਨ। ਹਾਲੇਲੂਇਆ। Hallelujah. ਕੱਲੇ ਪਵਿੱਤਰ ਆਤਮਾ ਨਾਲ ਨਹੀਂ, ਆਨੰਦ ਨਾਲ ਵੀ ਭਰੇ ਰਹਿੰਦੇ ਸੀ। And the disciples were always filled with joy and the Holy Spirit. ਇਹ ਖੂਬੀਆਂ ਨੇ ਰੂਹ ਦੇ ਭਰੇ ਹੋਏ ਲੋਕਾਂ ਦੀਆਂ। These are those signs of the people who are filled with the Spirit of God. ਕਈ ਲੋਕ ਕਹਿੰਦੇ ਨੇ ਪਾਸੀ ਸਾਨੂੰ ਕਿਦਾਂ ਪਤਾ ਲੱਗੂਗਾ ਵੀ ਕਿਹੜੇ ਰੂਹ ਨਾਲ ਭਰੇ ਨੇ ਕਿਹੜੇ ਰੂਹ ਨਾਲ ਨਹੀਂ ਭਰੇ। ਜਿਹੜੇ ਰੂਹ ਨਾਲ ਭਰੇ ਨੇ ਭਰਾਵਾਂ ਤੇ ਭੈਣਾਂ, ਉਹ ਖੁਸ਼ੀਆਂ ਦੇ ਵਿੱਚ ਨਾਰੇ ਲਾਣਗੇ ਸੱਚੇ ਪਰਮਾਤਮਾ ਦੇ। And sometimes people say, how do we know who is so filled with the? You will notice the love and the joy. They will be shouting in joy. Then you know they are filled with the Spirit of the ਉਹ Lord. ਦਲੇਰੀ ਵਿੱਚ ਚੱਲਣਗੇ। And they will walk in boldness. ਡਰ ਉਹਨਾਂ ਦੇ ਨੇੜੇ ਤੇਰੇ ਦੀ
ਡਰ ਉਹਨਾਂ ਦੇ ਨੇੜੇ ਤੇੜੇ ਦੇ ਵੀ ਕੱਟਾ ਲੈ ਕੇ ਨਹੀਂ ਨਿਕਲੇਗਾ। And the fear will not walk even by them. ਤੀਸਰੇ ਨੰਬਰ ਤੇ And number 3, ਉਹ ਦੂਸਰੀਆਂ ਬੋਲੀਆਂ ਬੋਲਣਗੇ। they will speak in other ਉਹ tongues. ਰੱਬੀ ਬੋਲੀਆਂ ਲਗਾਤਾਰ They ਬੋਲਣਗੇ। will be speaking in spiritual tongues ਬਹੁਤ continuously. ਕੋਸ਼ਿਸ਼ ਕਰਨਗੇ ਵੀ ਇਹ ਰੱਬੀ ਬੋਲੀਆਂ ਤੁਸੀਂ ਨਾ ਬੋਲੋ। Yes, they will try to stop you of speaking in spiritual tongues. ਵਚਨ ਕਹਿੰਦਾ ਆ ਉਹਨਾਂ ਤੋਂ ਸਾਵਧਾਨ ਰਹਿਣਾ ਆ। The word of God says, be careful from those people. ਗੁੰਮਰਾਹ ਕਰਨ ਵਾਸਤੇ ਬਹੁਤ ਆਣਗੇ ਅੰਤਿਮ ਦਿਨਾਂ ਦੇ And ਵਿੱਚ। people at the end, the word of God says that in the end there will be a lot of false people who will come who will try to take you away from your path. ਪਹਿਲਾ ਕੋਰਿੰਥੀਅਨ 14 ਦਾ ਸਾਰਾ ਚੈਪਟਰ ਹੀ ਤੁਸੀਂ ਪੜ੍ਹ ਕੇ ਦੇਖ ਲਓ। ਪੌਲੁਸ ਕਹਿੰਦਾ ਹੈ ਮੈਂ ਤੋਂ ਸਭ ਤੋਂ ਜ਼ਿਆਦਾ ਮੈਂ ਦੂਜੀਆਂ ਬੋਲੀਆਂ 'ਚ ਬੋਲਦਾ ਹਾਂ। And in the 1 Corinthians chapter 14 we'll see Paul says that I speak in tongues more than any of you. ਚੌਥੇ ਨੰਬਰ ਤੇ ਉਹ ਸੁਪਰਨੈਚੁਰਲ ਪਾਵਰ ਦੇ ਵਿੱਚ ਮੂਵ ਹੋਣਗੇ। And number 4, that they will move in the supernatural power. ਚੇਲਿਆਂ ਦੇ ਕਰਤੱਵ ਚੈਪਟਰ 9 ਦੇਖੋ। Book of Acts chapter 9, ਉਹਦਾ 10ਵਾਂ ਤੇ 12ਵਾਂ ਵਰਸ 10 ਤੋਂ 12 ਦੇਖਾਂਗੇ। and read 10 and 12 verses. ਸੁਪਰਨੈਚੁਰਲ ਦੇ ਵਿੱਚ ਮੂਵ ਹੁਣ ਰੂਹ ਨਾਲ ਜਨਮ ਲਿਆ ਆ, ਹੁਣ ਰੂਹ ਦੇ ਵਿੱਚ ਤੁਰਨਾ ਵੀ ਸਿੱਖ ਲਈਏ। And we are born from the Spirit, and now we have to learn how to walk in the Spirit. ਸੁਪਰਨੈਚੁਰਲ ਪਾਵਰ ਦੇ ਵਿੱਚ ਮੂਵ ਕਰਨਗੇ ਉਹ ਲੋਕ ਜਿਹੜੇ ਰੱਬ ਦੀ ਰੂਹ ਦੇ ਨਾਲ ਟੁੰਨ ਹੋਣਗੇ। And those people who are filled with the presence of the Lord, they will walk in supernatural. ਜੀ Acts chapter 9 verse 10 to 12। ਦਮਿਸ਼ਕ ਵਿੱਚ ਹਨਾਨੇ ਨਾਂ ਦਾ ਇੱਕ ਚੇਲਾ ਸੀ। ਉਹਨੂੰ ਪ੍ਰਭੂ ਨੇ ਦਰਸ਼ਨ ਦੇ ਕੇ ਕਿਹਾ, ਹੇ ਹਨਾਨਿਆ। ਉਸ ਆਖਿਆ, ਪ੍ਰਭੂ ਜੀ ਵੇਖ ਮੈਂ ਹਾਜ਼ਰ ਹਾਂ। ਤਾਂ ਪ੍ਰਭੂ ਨੇ ਉਹਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾ, ਅਤੇ ਯਹੂਦਾ ਦੇ ਘਰ ਵਿੱਚ ਸੌਲੂਸ ਨਾਮੇ ਤਰਸਸ ਦੇ ਰਹਿਣ ਵਾਲੇ ਦੇ ਲਈ ਪੁੱਛ, ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ। ਅਤੇ ਉਸਨੇ ਹਨਾਨੇ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਡਿੱਠਾ, ਤਾਂ ਜੋ ਫਿਰ ਸੁਜਾਖਾ ਹੋਵੇ। ਪਰ ਹਨਾਨੇ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ, ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ। ਜ਼ਬਰਦਸਤ ਕਹਾਣੀ ਆ। ਇੱਥੇ ਹੀਲਿੰਗ ਵੀ ਹੋ ਗਈ। ਇੱਥੇ ਹੀਲਿੰਗ ਵਾਸਤੇ ਲੀਡ ਵੀ ਪਾਕਰੂ ਕਰ ਰਿਹਾ ਆ, ਹੀਲਿੰਗ ਵਾਸਤੇ ਭੇਜ ਵੀ ਪਾਕਰੂ ਰਿਹਾ ਆ, ਤਾਂ ਹੀਲ ਵੀ ਪਾਕਰੂ ਕਰ ਰਿਹਾ, ਯਾਨੀ ਕਿ ਫੁੱਲ 100% ਸੁਪਰਨੈਚੁਰਲ ਮੂਵਮੈਂਟ ਵਿੱਚ। And this story here is powerful story that the healing's taking place, and even the person who's being sent is sent by the Holy Spirit. It's like a supernaturally, the whole thing is happening supernaturally. ਆਖਰ ਵਿੱਚ 5ਵੇਂ ਨੰਬਰ ਤੇ ਭਵਿੱਖਬਾਣੀਆਂ। And number 5, ਜਿਹੜੇ ਰੱਬ ਦੀ ਰੂਹ ਦੇ ਨਾਲ ਭਰੇ ਹੋਏ ਨੇ, ਉਹਨਾਂ ਦੀਆਂ ਜੀਵਨਾਂ ਚ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਲਗਾਤਾਰ ਭਵਿੱਖਬਾਣੀਆਂ ਹੋਣਗੀਆਂ, ਪ੍ਰੋਫੈਸਿਸ ਹੋਣਗੀਆਂ, ਤੇ ਉਹ ਸਾਰੀਆਂ ਪ੍ਰੋਫੈਸਿਸ ਫਿਲਟਰਡ ਕੀਤੀਆਂ ਹੋਣਗੀਆਂ ਵਚਨ ਥਾਈਂ ਦੀ, ਯਾਨੀ ਕਿ ਵਚਨ ਦੇ ਖਿਲਾਫ ਨਹੀਂ ਹੋਣਗੀਆਂ, ਵਚਨ ਦੇ ਨਾਲ ਨਾਲ ਹੋਣਗੀਆਂ। And number 5 is prophecies. The people who are filled with the presence of the Lord, they will be prophesying, and those prophecies will be totally according to the word of God. They'll be filtered by the word of God. Brothers and sisters, एडी मुश्किल पई हुई है सारी दुनिया पे। there's such a trouble going on the world right now. जितनी बड़ी मुश्किल उतनी बड़ी बरकत। The bigger the problem, bigger the blessing. जितना बड़ा हमला उतनी बड़ी बरकत। Bigger the attack, bigger the blessing. जिन्हें बड़े दुश्मन, the enemies are big, उड़ा बड़ा दोस्त। and bigger the friend. परमेश्वर ਦੇ ਬੱਚਿਆਂ ਦੇ ਵਿੱਚ ਤੁਸੀਂ ਜਿੱਥੇ ਵੀ ਚਲੇ ਜਾਓ, ਕੋਈ ਵੀ ਵੱਡੀ ਵੱਡੀ ਮੁਸ਼ਕਲਾਂ ਦੇਖ ਲਓ ਤੁਸੀਂ ਲੋਕਾਂ ਤੇ ਆਈਆਂ, ਜਿੰਨੀ ਵੱਡੀ ਮੁਸ਼ਕਲ ਆਈ ਆ ਉਨੀ ਵੱਡੀ ਬਰਕਤ ਆਈ ਆ। And in the word of God, if you see, the bigger the problem you will see there, the bigger the blessing they received right there at the ਮੈਂ end. ਵਿਸ਼ਵਾਸ ਕਰਦਾ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਹਸੀਨ ਤੇ ਬਹੁਤ ਹੀ ਜ਼ਬਰਦਸਤ ਬਰਕਤ ਵਾਲਾ ਮੌਕਾ ਹੈ ਹਰ ਵਿਸ਼ਵਾਸੀ ਦੇ ਵਾਸਤੇ ਆਪਣੇ ਆਪ ਨੂੰ ਰੱਬ ਦੀ ਰੂਹ ਦੇ ਨਾਲ ਪੂਰੇ ਤਰ੍ਹਾਂ ਦੇ ਨਾਲ ਭਰਨ ਦਾ, ਤੇ ਸੁਪਰਨੈਚੁਰਲ ਦੇ ਵਾਸਤੇ, ਪਰਮੇਸ਼ਰ ਦੇ ਕੰਮਾਂ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰਨ ਦਾ। And I really believe that in these days, this is the time for every believer to be filled with the presence of the Lord and filled with the supernatural things, and prepare yourself for the works of the Lord. ਦੁਆ ਕਰਾਂਗੇ। Let's pray.
ਪਰਮੇਸ਼ਰ ਪਿਤਾ ਅੱਜ ਇੱਕ ਨੂੰ ਛੂ ਲਵੋ। Lord Father, touch every person today. ਇੱਕ ਵੀ ਖਾਲੀ ਹੱਥ ਨਾ ਜਾਵੇ। May not a single one go empty-handed today. ਮੈਂ ਹਰ ਬਿਮਾਰੀ ਦੇ ਖਿਲਾਫ ਖੜੇ ਹੋਣਾ ਹੈ। I stand against every sickness. ਤੋੜਦਾ ਯਿਸੂ ਨਾਮ ਦੇ I ਵਿੱਚ। break them in the name of Jesus. ਹਰ ਸ਼ੈਤਾਨੀ ਹਮਲੇ ਨੂੰ ਤੋੜਦਾ ਯਿਸੂ ਨਾਮ ਦੇ I ਵਿੱਚ। break every attack of the enemy in the name of Jesus. ਹਰ ਐਡਿਕਸ਼ਨ ਦੀ ਰੂਹ ਨੂੰ ਤੋੜਦਾ ਯਿਸੂ ਨਾਮ ਦੇ ਵਿੱਚ। Break every addiction spirit in the name of Jesus. ਹਰ ਸਿਚੁਏਸ਼ਨ ਨੂੰ ਹੁਕਮ ਦਿੰਦਾ ਆ ਕਿ ਦੂਰ ਹੋ ਜਾਵੇ। Every situation of that sort, I order them to leave right now in Jesus' ਹਰ ਤਰ੍ਹਾਂ name. ਦੀ ਪ੍ਰੋਬਲਮ ਦਾ ਸੋਲੂਸ਼ਨ ਪਹੁੰਚੇ ਜਿਹੜਾ ਵਿਸ਼ਵਾਸ ਦੇ ਨਾਲ ਤੋਂ ਮੰਗ ਰਿਹਾ ਪ੍ਰਭੂ ਜੀ। And may every person receives that solution of every problem that they are asking you from by faith. ਮੈਂ ਅੱਜ ਤੁਹਾਡੇ ਬੱਚਿਆਂ ਦੇ ਉੱਤੇ ਪਰਮੇਸ਼ਰ ਪਿਤਾ ਤੁਹਾਡੀ ਬਰਕਤ ਪ੍ਰੋਕਲੇਮ ਕਰਦਾ ਹਾਂ। Today I proclaim your blessing on every child of yours. ਤੁਹਾਡੀ ਅੱਗ ਹਰ ਇੱਕ ਉੱਤੇ ਡਿੱਗਣ ਲੱਗ May ਜਾਵੇ। your ਹੁਣੇ ਜੋ ਬੈਠੇ ਤੁਹਾਡਾ ਵਚਨ ਸੁਣ ਰਹੇ ਨੇ। May your fire fall on every single person right now who is listening the word of God. ਕੋਈ ਖਾਲੀ ਹੱਥ ਨਾ ਜਾਵੇ। May not a single one go ਭਰ empty-handed. ਦਿਓ ਆਪਣੇ ਰੂਹ ਦੇ ਨਾਲ ਪਰਮੇਸ਼ਰ Fill them ਪਿਤਾ। with your presence, Lord. ਹੱਥ ਚੱਕ ਕੇ ਦੁਆ ਕਰੀਏ Let's ਪਰਮੇਸ਼ਰ all ਦੇ lift up our hands and pray. ਧੰਨਵਾਦ ਕਰੀਏ ਸੱਚੇ Let's give them ਪਰਮਾਤਮਾ ਦਾ। thanks. Let's give them ਨਵੀਆਂ thanks. ਬੋਲੀਆਂ ਬੋਲੀਏ ਉਸ Let's ਪਰਮੇਸ਼ਰ ਦੇ speak ਹਜ਼ੂਰੀ in ਦੇ the ਵਿੱਚ other ਆ ਕੇ। tongues, the new tongues, the refreshed tongues in His ਆਓ presence. ਬੇਨਤੀ ਕਰੀਏ ਸੱਚੇ ਪਰਮਾਤਮਾ ਦੇ Let's ਸਾਹਮਣੇ। pray in front of the Lord today. ਪਰਮੇਸ਼ਰ ਤੋਂ ਮਾਫੀ ਮੰਗੀਏ। Let's ask for forgiveness today. ਜੇ ਕੁਛ ਮੇਰੀ ਜ਼ਿੰਦਗੀ 'ਚ ਹੈ ਜਿਹੜਾ ਮੈਨੂੰ ਪਵਿੱਤਰ ਆਤਮਾ ਤੋਂ ਦੂਰ ਕਰਦਾ ਆ ਪ੍ਰਭੂ ਜੀ ਅੱਜ ਮੈਂ ਉਹ ਤੋਂ ਮਾਫੀ ਮੰਗਦਾ ਤੁਹਾਤੋਂ ਤੇ ਮੈਂ ਦੁਆ ਕਰਦਾ ਆ ਕਿ ਪ੍ਰਭੂ ਜੀ ਮੈਂ ਉਹ ਤੋਂ ਦੂਰ ਹੋਣਾ ਚਾਹੁੰਦਾ ਆ ਮੇਰੀ ਮਦਦ ਕਰੋ। And if there is anything in my life, Lord, that is taking me away from your Holy Spirit, I ask for forgiveness, Lord, and I ask for your help, Lord Jesus, that you help me so I can walk away from that weakness. ਦਰਦ ਟੁੱਟ ਜਾਣ। May all the pain be broken, ਬਿਮਾਰੀਆਂ ਟੁੱਟ ਜਾਣ। the sicknesses be broken. ਯਿਸੂ ਨਾਮ 'ਚ In the name of Jesus we pray. ਯਿਸੂ ਨਾਮ ਦੇ ਵਿੱਚ। In the name of Jesus we pray. Amen. 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 God bless you. May God bless you all. ਇਹ ਰੰਗ ਨਹੀਂ ਬਲਕਿ ਪਰਮੇਸ਼ਰ ਦੀ ਹਜ਼ੂਰੀ ਦੇ ਰੰਗ ਤੁਹਾਡੀਆਂ ਜੀਵਨਾਂ ਦੇ ਵਿੱਚ ਵੱਧਦੇ ਰਹਿਣ। Not these colors, but the colors of the presence of the Holy Spirit may increase in your life. ਜੈ ਮਸੀਹ ਦੀ। God bless you all.